ਅੱਜ ਮੋਦੀਆ ਤੈਨੂੰ ਤਰਸ ਨਹੀਂ ਆਇਆ, ਦਰਦ ਨਹੀਂ ਆਇਆ, ਤੂੰ ਪੀ ਕੇ ਹਿੰਦੂ ਗਰੀਬ ਲੋਕਾਂ ਦੀਆਂ ਲਾਸ਼ਾਂ ਤੇ ਰਾਜ ਕਰਨਾ ਚਾਹੁੰਦਾ। 4 ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੇ ਵਾਸਤੇ ਇਹ ਸ਼ੱਕ ਦੀ ਸੂਈ ਉਧਰ ਵੱਧਦੀ ਜਾ ਰਹੀ ਹੈ ਕਿ ਇਹ ਸਾਰਾ ਕੁਝ ਇਹਨਾਂ ਦਾ ਕੀਤਾ ਕਰਾਇਆ, ਚਾਹੇ ਉਹ ਲਖੀਮਪੁਰ ਵਿੱਚ ਹੋਇਆ, ਉੱਥੇ ਗੱਡੀਆਂ ਥੱਲੇ ਕੁਚਲਤੇ, ਇੱਥੇ ਟਰੱਕਾਂ ਥੱਲੇ ਕੁਚਲਤੇ। ਇਵੇਂ ਜਿਵੇਂ ਜਿਸ ਤਰ੍ਹਾਂ ਉਹ ਨਿਹੰਗਾਂ ਦੇ ਉੱਤੇ ਲਾ ਕੇ ਕਿ ਉੱਥੇ ਉਹ ਬੰਦਾ ਆ ਕੇ ਲੱਤਾਂ ਬਾਹਾਂ ਵੱਢ ਦੇਣੀਆਂ, ਅੱਗੇ ਤਾਂ ਕਦੇ ਨਹੀਂ ਹੋਇਆ, ਹੁਣ ਕਿਉਂ ਹੋਇਆ? ਅਕਾਲੀ ਦਲ ਦੀ ਆਈਡੀਓਲੋਜੀ ਕੀ ਰਹੀ? ਪੰਥ ਦਾ ਵਾਸਤਾ, ਸਿੱਖੀ ਨੂੰ ਖਤਰਾ, ਧਰਮ ਨੂੰ ਖਤਰਾ ਕਹਿ ਕੇ ਵੋਟਾਂ ਲੈ ਜਾਂਦੇ ਸੀਗੇ। ਤੇ ਇਹਨਾਂ ਨੇ ਇੱਕ ਪੰਜਾਬੀ ਸੂਬੇ ਦਾ ਇੱਕ ਐਸਾ, ਮੈਂ ਸਮਝਦੀ ਇੱਕ ਐਸਾ ਮੋਰਚਾ ਲੱਗਿਆ, ਐਸਾ ਨੁਕਸਾਨ ਹੋਇਆ ਪੰਜਾਬ ਦਾ ਕਿ ਪੰਜਾਬ ਦੀ ਇੱਕ ਸਟੇਟ ਤੋਂ 2 ਸਟੇਟਾਂ ਹੋਰ ਬਣ ਕੇ ਨਿਕਲ ਗਈਆਂ, ਹਰਿਆਣਾ ਤੇ ਹਿਮਾਚਲ। ਸਿਰਫ ਇਸ ਲਈ ਕਿ ਹਿੰਦੀ ਸਪੀਕਿੰਗ ਨਿਕਲ ਜੂਗਾ, ਪੰਜਾਬੀ ਸਪੀਕਿੰਗ ਰਹੂ ਤੇ ਸਾਡੀ ਕੁਰਸੀ ਨੂੰ ਕੋਈ ਖਤਰਾ ਨਹੀਂ ਹੋਊਗਾ। SGPC ਨੂੰ ਅਕਾਲੀ ਦਲ ਨੇ ਸਿਆਸੀ ਹਿੱਤਾਂ ਵਾਸਤੇ ਵਰਤਿਆ। ਇਹ BJP ਨੇ ਜਦੋਂ ਇਲੈਕਸ਼ਨ ਹੁੰਦੀ ਸੀ, ਭਗਵਾਨ ਰਾਮ ਜੀ ਦਾ ਉਹ ਲੈ ਕੇ ਨਿਕਲ ਜਾਂਦੇ, ਆਪਣਾ ਉਹ ਰੱਥ ਬਣਾ ਕੇ ਯਾਤਰਾ ਕਰਦੇ ਆ ਕੇ। ਮਾਇਆਵਤੀ ਜੀ ਕਹਿੰਦੇ ਦਲਿਤ ਇੱਧਰ ਆਓ, ਸਾਡੀ ਪਾਰਟੀ ਤੋਂ ਕੋਈ ਮੁਸਲਮਾਨ ਕਹਿੰਦਾ ਇੱਧਰ ਆਓ। ਸਾਡੀ ਪਾਰਟੀ ਸੈਕੂਲਰ ਸੋਚ, ਸਾਡਾ ਸੰਵਿਧਾਨ ਸੈਕੂਲਰ ਹੈ। ਜੇ ਸੈਕੂਲਰ ਹੀ ਨਹੀਂ ਅਸੀਂ ਹੈਗੇ ਤਾਂ ਸਾਨੂੰ ਪਾਰਟੀ ਦੇ ਉੱਤੇ ਮੰਨੂਗਾ ਕੌਣ ਆ ਕੇ? 4.5 ਸਾਲ ਹੋਮ ਮਿਨਿਸਟਰ ਸੀਗੇ ਅਤੇ 4.5 ਸਾਲ ਤੋਂ ਪੂਰੀ ਸਰਕਾਰ ਵੀ ਇਹਨਾਂ ਕੋਲ ਸੀ। ਉਸ ਵਕਤ ਨਹੀਂ ਸੀ ਖਤਰੇ। ਅੱਤਵਾਦ ਦੇ ਮਾੜੇ ਸਮੇਂ ਵਿੱਚ ਵੀ ਕਿਹਨੇ ਰੋਕਿਆ ਸੀ? ਸਾਡੀ ਪੰਜਾਬ ਦੀ ਪੁਲਿਸ ਨੇ ਰੋਕੇ ਸੀ ਸਾਰੇ। ਜਿਹੜਾ ਸਟੈਪ ਇਹ ਗਵਰਨਮੈਂਟ ਆਫ ਇੰਡੀਆ ਨੇ ਲਿਆ ਹੈ, ਮੋਦੀ ਸਰਕਾਰ ਨੇ ਲਿਆ ਹੈ, ਕੀ ਉਹ ਇਹ ਲਿਖ ਕੇ ਦੇ ਸਕਦੇ ਆ, ਗਰੰਟੀ ਦੇ ਸਕਦੇ ਆ ਕਿ ਅਸੀਂ 50 ਕਿਲੋਮੀਟਰ ਕਰ ਲਈ ਅਤੇ ਹੁਣ ਕੋਈ ਖਤਰਾ ਨਹੀਂ ਹੈਗਾ? ਦੇ ਸਕਦੇ ਨੇ? ਪੁਰਾਣੇ ਜ਼ਮਾਨੇ ਤੁਸੀਂ ਗੱਲ ਕਰਦੇ ਸੀ, ਉਦੋਂ ਇਹ ਹੁੰਦਾ ਸੀ ਕਿ ਮੈਂ ਦੇਸ਼ ਨੂੰ ਕੀ ਦੇ ਸਕਦਾ, ਮੈਂ ਪਾਰਟੀ ਨੂੰ ਕੀ ਦੇ ਸਕਦਾ। ਅੱਜ ਕੱਲ੍ਹ ਸਿਰਫ ਤੇ ਸਿਰਫ ਜਦੋਂ ਕੋਈ ਵੀ ਕਿਸੇ ਲੈਵਲ 'ਤੇ ਸੋਚਦਾ ਹੈ ਮੈਨੂੰ ਕਿੱਥੇ ਪੈਦਾ ਰਹੂਗਾ, ਮੈਨੂੰ ਕੀ ਚਾਹੀਦਾ ਹੈਗਾ, ਉਹ ਪ੍ਰਾਪਤ ਕਿਵੇਂ ਹੋ ਸਕਦਾ ਹੈਗਾ। ਪੁਰਾਣੇ ਬੰਦੇ ਦੀ ਹੋਸ਼ ਅਤੇ ਨਵਿਆਂ ਦਾ ਜੋਸ਼, ਇੱਕ ਕੰਬੀਨੇਸ਼ਨ ਚੱਲਦਾ ਹੈ। ਜੋ ਤਬਦੀਲੀਆਂ ਕੀਤੀਆਂ ਠੀਕ ਹੈ, ਇਹਨਾਂ ਦੀ ਕਰਨ ਦੀ ਲੋੜ ਸੀ, ਹੋਣੀਆਂ ਚਾਹੀਦੀਆਂ ਸੀ। ਤੁਸੀਂ ਇੱਕ ਪਾਰਟੀ ਦੀ ਭਰਤੀ ਕਰ ਰਹੇ ਹੋ, ਇੱਕ ਜਨਰਲ ਆਮ ਪਬਲਿਕ ਦੀ ਭਰਤੀ ਨਹੀਂ ਕਰ ਰਹੇ। ਇਸ ਕਰਕੇ ਮੈਂ ਉਸ ਵਕਤ ਆਪਣੀ ਓਪੀਨੀਅਨ ਰੱਖੀ ਸੀ, ਮੇਰੀ ਓਪੀਨੀਅਨ ਮੰਨੀ ਉਸ ਵਕਤ ਸਾਡੀ ਪਾਰਟੀ ਨੇ, ਰਾਹੁਲ ਜੀ ਨੇ ਵੀ ਮੰਨੀ, ਸਾਰਿਆਂ ਨੇ ਮੰਨੀ। ਕਾਂਗਰਸ ਦੀ ਆਈਡੀਓਲੋਜੀ ਵਧੀਆ, ਕਾਂਗਰਸ ਤੋਂ ਕੁਝ ਗਲਤੀਆਂ ਜ਼ਰੂਰ ਹੋਈਆਂ ਹੈਗੀਆਂ, ਮੈਂ ਸਮਝਦੀ ਹਾਂ, ਅਤੇ ਲੇਕਿਨ ਆਈਡੀਓਲੋਜੀ ਮਾੜੀ ਨਹੀਂ ਹੈ ਸਾਡੀ। ਮੈਂ ਕਹਿੰਦਾ ਅੱਜ ਵਕਤ ਆ ਗਿਆ ਕਿ ਸਾਰੇ ਕਹਿਣ ਕੋਈ ਨੋ ਇਲੈਕਸ਼ਨ, ਅਸੀਂ ਇਲੈਕਸ਼ਨਾਂ ਤੋਂ ਬਾਅਦ ਜਾਵਾਂਗੇ, ਪਹਿਲਾਂ ਅਸੀਂ ਆ ਖੜ੍ਹੇ ਹਾਂ ਸਾਰੇ ਸਿਆਸੀ ਪਾਰਟੀਆਂ ਲੀਡਰ, ਅਸੀਂ ਜਾ ਕੇ ਮੂਹਰੇ ਖੜੀਏ। ਸਾਡੇ ਮਾਵਾਂ ਭੈਣਾਂ ਤਾਂ ਨਾ ਉੱਥੇ ਜਾ ਕੇ ਮਰਨ ਆ ਕੇ। ਇਲੈਕਸ਼ਨਾਂ ਕੀ ਨੇਗੀਆਂ? ਇਲੈਕਸ਼ਨਾਂ ਵਿੱਚ ਮੋਦੀ ਕਹਿਣਾ ਚਾਹੁੰਦਾ ਪਿੱਛੇ ਵੀ ਜਿੱਤਿਆ ਸੀ, ਇਹ ਜਿੱਤਿਆ ਸੀ EVM ਨਾਲ। ਪੰਜਾਬ ਸਰਕਾਰ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਮੋਢਾ ਜੋੜ ਕੇ ਖੜੀ ਹੈ। ਪੀੜਿਤ ਪਰਿਵਾਰਾਂ ਦਾ ਦਰਦ ਵੰਡਾਉਂਦੇ ਹੋਏ ਉਹਨਾਂ ਨੂੰ ਪ੍ਰਤੀ ਪਰਿਵਾਰ 5 ਲੱਖ ਰੁਪਏ ਦਿੱਤੇ ਗਏ ਹਨ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਦੇ ਆਧਾਰ ਤੇ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ। 5 ਲੱਖ ਰੁਪਏ ਜਿਹੜਾ ਤੁਹਾਨੂੰ ਆਇਆ, ਘਰ ਬਣਾ ਲੈ, ਹੋਰ ਪੈਸਿਆਂ ਦੀ ਲੋੜ ਹੋਈ ਉਹ BC ਨੂੰ ਕਹਿ ਕੇ ਮੇਰੇ ਕੋਲ ਆ ਜਾ। ਪੰਜਾਬ ਸਰਕਾਰ ਕਿਸਾਨਾਂ ਨਾਲ। ਪੰਜਾਬ ਦੀ ਰਾਜਨੀਤੀ ਤੇ ਅਗਰ ਗੱਲ ਕੀਤੀ ਜਾਵੇ ਤਾਂ ਹਰ ਰੋਜ਼ ਜਿਸ ਤਰੀਕੇ ਦੇ ਨਾਲ ਬਦਲਾਵ ਦੇਖਣ ਨੂੰ ਮਿਲ ਰਹੇ ਨੇ ਤੇ ਹੁਣ ਚੋਣਾਂ ਨੂੰ ਕੁਝ ਹੀ ਸਮਾਂ ਰਹਿ ਚੁੱਕਿਆ ਹੈ, ਲੇਕਿਨ ਰਾਜਨੀਤੀ ਵਿੱਚ ਕਿਆ ਬਦਲਾਵ ਆਇਆ? ਖਾਸ ਤੌਰ ਤੇ ਅਗਰ ਕਾਂਗਰਸ ਦੀ ਗੱਲ ਕੀਤੀ ਜਾਵੇ, ਜੋ ਲੰਬੇ ਅਰਸੇ ਦੇ ਨਾਲ ਇਸ ਦੇ ਨਾਲ ਜੁੜੇ ਰਹੇ ਨੇ, ਟੁੱਟੇ ਨੇ, ਤਮਾਮ ਚੀਜ਼ਾਂ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਹੀ। ਸਾਡੇ ਨਾਲ ਗੱਲ ਕਰਨ ਦੇ ਲਈ ਸਾਬਕਾ ਪੰਜਾਬ ਦੀ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਮੈਮ ਮੌਜੂਦ ਹੈ। ਮੈਮ, ਵੈਲਕਮ ਟੂ ਦ ਰੋਜ਼ਾਨਾ ਸਪੋਕਸਮੈਨ। ਸਭ ਤੋਂ ਪਹਿਲਾ ਸਵਾਲ, ਤੁਸੀਂ ਵੀ ਲੰਬੇ ਸਮੇਂ ਰਾਜਨੀਤੀ ਵਿੱਚ ਰਹੇ, ਪੰਜਾਬ ਦੇ ਮੁੱਖ ਮੰਤਰੀ ਰਹੇ, ਤੇ ਅਗਰ ਹੁਣ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ, ਕਿਆ ਬਦਲਾਵ ਆਇਆ ਹੈ? ਟੋਟਲੀ ਸਿਚੁਏਸ਼ਨ ਇਜ਼ ਡਿਫਰੈਂਟ। ਪੋਲੀਟੀਕਲ, ਫਾਈਨੈਂਸ਼ੀਅਲ ਐਂਡ ਅਦਰ ਸੋਸ਼ਲੀ, ਜਿਸ ਦੇ ਵਿੱਚ ਬਹੁਤ ਸਾਰੇ ਇਸ਼ੂ ਆ ਜਾਂਦੇ ਨੇ। ਭਾਵੇਂ ਪੰਜਾਬ ਦਾ ਖਿੱਤਾ ਇਸ ਤਰ੍ਹਾਂ ਦਾ ਰਿਹਾ ਹੈ ਕਿ ਕਿਸੇ ਨਾ ਕਿਸੇ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ, ਜਿਸ ਤਰ੍ਹਾਂ ਅੱਤਵਾਦ ਦਾ ਸਮਾਂ ਆਇਆ, ਕਿਵੇਂ ਦੇਖਿਆ, ਅਤੇ ਉਸ ਤੋਂ ਪਹਿਲਾਂ ਸਾਡੇ ਆਪਣੇ ਇੱਥੇ ਦੇ ਪੰਜਾਬੀ ਸੂਬੇ ਦਾ ਬਣਿਆ, ਉਹ ਸਿਚੁਏਸ਼ਨ ਕੀ ਸੀ ਅਤੇ ਕੀ ਹੋਇਆ, ਫਾਇਦਾ ਕੀ ਨੁਕਸਾਨ ਹੋਇਆ। ਬਹੁਤ ਸਾਰੇ ਇਸ਼ੂ ਪਿਛਲੇ ਸਮੇਂ 'ਚ ਆਉਂਦੇ ਰਹੇ ਨੇ, ਫਾਇਦੇਮੰਦ ਵੀ ਰਹੇ, ਕੁਛ ਨੁਕਸਾਨਦੇਹ ਵੀ ਹੋਏ। ਲੇਕਿਨ ਅੱਜ ਜਿਹੜੀ ਸਟੇਜ 'ਤੇ ਅਸੀਂ ਖੜ੍ਹੇ ਹਾਂ, ਇੱਥੇ ਸਾਰਿਆਂ ਤਰ੍ਹਾਂ ਦੀ ਉਥਲ ਪੁਥਲ ਇਕੱਠੀ ਮਚ ਰਹੀ ਹੈ। ਇੱਥੇ ਸਿਆਸੀ ਉਥਲ ਪੁਥਲ ਵੀ ਹੈ, ਹਰ ਇੱਕ ਪਾਰਟੀਆਂ ਨੂੰ ਕਿਸੇ ਦਾ ਕੋਈ ਕੁਛ, ਕਿਸੇ ਦਾ ਕੋਈ ਸੁਬਾਹ ਕੁਛ ਹੁੰਦਾ, ਸ਼ਾਮ ਨੂੰ ਕੁਛ ਹੋ ਜਾਂਦਾ, ਸਾਰੀਆਂ ਦੀ ਗੱਲ ਮੈਂ ਕਰਦੀ ਹਾਂ। ਅਤੇ ਇਸੇ ਤਰ੍ਹਾਂ ਨਾਲ ਫਾਈਨੈਂਸ਼ੀਅਲ ਕ੍ਰਾਈਸਿਸ ਵੱਲ ਕਿਸ ਤਰ੍ਹਾਂ ਸਾਡੀ ਸਟੇਟ ਨੂੰ ਧਕੇਲਿਆ ਗਿਆ, ਕਈ ਤਰ੍ਹਾਂ ਦੇ ਰਾਜਨੀਤਿਕ ਲਾਹੇ ਲੈਣ ਵਾਸਤੇ ਇੱਕ ਐਸਾ ਐਟੀਟਿਊਡ ਆ ਗਿਆ, ਸਮਾਂ ਆ ਗਿਆ ਕਿ ਤੁਸੀਂ ਉਹਦੇ ਵਿੱਚ ਆਪਣੇ ਕੰਮਾਂ ਕਾਜਾਂ ਦੇ ਸਿਰ 'ਤੇ ਜਾਂ ਆਪਣੇ ਰੋਲ ਦੇ ਸਿਰ 'ਤੇ ਵੋਟਾਂ ਲੈਣ ਦੀ ਬਜਾਏ ਇੱਕ ਅਸੀਂ
ਕਿਸੇ ਦੀ ਮਦਦ ਦਾ ਜਾਂ ਸਕੀਮਾਂ ਦੇ ਵਿੱਚ ਕੋਈ ਬੈਨੀਫਿਟ ਦੇਣ ਦੇ ਲਾਲਚ ਦੇਣ ਦੇ ਨਾਲ ਅਸੀਂ ਆਪਣੀ ਵੋਟ ਕਦਰ ਕਰਦੇ ਹਾਂ। ਇਹ ਸੋਚ ਆ ਗਈ ਹੈ ਸਾਰੀਆਂ ਪਾਰਟੀਆਂ ਦੀ ਔਰ ਸਮਾਜ ਦੀ ਵੀ ਆ ਗਈ ਹੈ ਇਹਦੇ ਵਿੱਚ। ਸੋ ਇਹੀ ਮੈਂ ਕਹਿ ਰਹੀ ਹਾਂ ਕਿ ਇਸ ਵੇਲੇ ਦੀ ਉਥਲ ਪੁਥਲ ਸਮਾਜਿਕ, ਫਾਈਨੈਂਸ਼ੀਅਲ, ਪੋਲੀਟੀਕਲ ਅਤੇ ਐਡਮਿਨਿਸਟ੍ਰੇਟਿਵ, ਇਹ ਚਾਰਿਆਂ ਪਾਸਿਆਂ ਤੋਂ ਜਿਹੜੀ ਉਥਲ ਪੁਥਲ 'ਤੇ ਅੱਜ ਜਿਸ ਸਟੇਜ 'ਤੇ ਖੜ੍ਹੇ ਹਾਂ, ਦਿਸ ਇਜ਼ ਅ ਬਿਗ ਡੇਂਜਰ ਆਫ ਪੰਜਾਬ ਐਂਡ ਈਵਨ ਸਮਾਜ ਅਤੇ ਸਾਰੇ ਸਾਡੇ ਦੇਸ਼ ਲੈਵਲ ਤੱਕ। ਇਕੱਲੇ ਪੰਜਾਬ 'ਚ ਹੀ ਨਹੀਂ ਹੈ, ਪੰਜਾਬ ਦੇ ਵਿੱਚ ਤਾਂ ਅਸੀਂ ਹਮੇਸ਼ਾ ਬਹਾਦਰਾਂ ਦੀ ਸਟੇਟ ਹੈ ਪੰਜਾਬ, ਸੂਰਮਿਆਂ ਦੀ ਸਟੇਟ ਹੈ, ਬਾਰਡਰ ਦੀ ਸਟੇਟ ਹੈ, ਅਨਾਜ ਪੈਦਾ ਕਰਨ ਵਾਲਿਆਂ ਦੀ ਸਭ ਤੋਂ ਵੱਧ ਸਾਡੀ ਸਟੇਟ ਹੈਗੀ ਹੈ। ਅਤੇ ਇਹਦੇ ਇਲਾਵਾ ਵੀ ਸਾਰਾ ਜਿਹੜਾ ਦੇਸ਼ ਲੈਵਲ ਤੱਕ ਦੀ ਵੀ ਰਾਜਨੀਤੀ 'ਚ ਵੀ ਗਿਰਾਵਟ ਆਈ ਹੈ ਅਤੇ ਹਰ ਚੀਜ਼ਾਂ ਦੇ ਵਿੱਚ ਇਹਦੇ ਵਿੱਚ ਮੈਨੂੰ ਕੀ ਮਿਲ ਸਕਦਾ ਹੈ, ਮੈਨੂੰ ਕਿੱਥੇ ਫਾਇਦਾ ਹੈ, ਮੇਰਾ ਕਿੱਥੇ ਨੁਕਸਾਨ ਹੋਇਆ ਹੈ। ਅੱਜ ਮੈਂ ਪਹਿਲਾਂ ਆ ਗਈ, ਸੂਬੇ ਜਿਹਨੂੰ ਆਪਾਂ ਸਟੇਟਾਂ ਕਹੀਏ, ਸਟੇਟ ਜਾਂ ਪਾਰਟੀਆਂ, ਇਹਨਾਂ ਦੇ ਇੰਟਰਸਟ ਇਹ ਸੈਕੰਡਰੀ ਬਣ ਕੇ ਰਹਿ ਗਏ। ਜਦ ਕਿ ਪੁਰਾਣੇ ਜ਼ਮਾਨੇ ਤੁਸੀਂ ਗੱਲ ਕਰਦੇ ਸੀ, ਉਦੋਂ ਇਹ ਹੁੰਦਾ ਸੀ ਕਿ ਮੈਂ ਦੇਸ਼ ਨੂੰ ਕੀ ਦੇ ਸਕਦਾ, ਮੈਂ ਪਾਰਟੀ ਨੂੰ ਕੀ ਦੇ ਸਕਦਾ, ਆਪਣੇ ਬਣਾਉਣ ਦੀ ਗੱਲ ਵਿੱਚ ਨਹੀਂ ਸੀ ਆਉਂਦੀ, ਬਹੁਤ ਪਿੱਛੇ ਰਹਿ ਜਾਂਦੀ ਸੀਗੀ। ਅੱਜ ਕੱਲ੍ਹ ਸਿਰਫ ਅਤੇ ਸਿਰਫ ਜਦੋਂ ਕੋਈ ਵੀ ਕਿਸੇ ਲੈਵਲ 'ਤੇ ਸੋਚਦਾ ਹੈ, ਮੈਂ ਨਹੀਂ ਕਹਿੰਦੀ ਕਿ 100%, ਬਹੁਤ ਸਾਰੇ ਲੋਕ ਅਜੇ ਠੀਕ ਸੋਚਦੇ ਹੈਗੇ ਹੈ, ਮੈਜੋਰਟੀ ਜਦੋਂ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਜ਼ਿਆਦਾਤਰ। ਸੋ ਅੱਜ ਮੈਜੋਰਟੀ ਵੱਖਰੀਆਂ ਵੱਖਰੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਇਹੀ ਆ ਗਈ, ਮੈਨੂੰ ਕਿੱਥੇ ਫਾਇਦਾ ਰਹੂਗਾ, ਮੈਨੂੰ ਕੀ ਚਾਹੀਦਾ ਹੈਗਾ, ਉਹ ਪ੍ਰਾਪਤ ਕਿਵੇਂ ਹੋ ਸਕਦਾ ਹੈਗਾ, ਉਹਦੀ ਪ੍ਰਾਪਤੀ ਵਾਲੇ ਅਸੀਂ ਹੱਥ ਕੰਡੇ ਵਰਤਦੇ ਹਾਂ। ਉਹਦੇ ਨਾਲ ਜਿਵੇਂ ਕਹਿੰਦੇ ਨੇ ਕਿ ਅਸੀਂ ਐਸੀ ਕਈ ਵਾਰੀ ਦਵਾਈ ਲੈਂਦੇ ਹਾਂ, ਫੌਰੀ ਇਲਾਜ ਹੋ ਜੇ, ਫੌਰੀ ਮਦਦ ਹੋ ਜੇ, ਅਤੇ ਸਾਈਡ ਇਫੈਕਟ ਕੀ ਹੋਣੇ ਆ, ਕਿੰਨੀ ਦੇਰ ਤੱਕ ਚੱਲਣੇ ਆ, ਕਿੰਨਾ ਨੁਕਸਾਨ ਕਰਨਾ ਬਾਡੀ ਦਾ, ਉਹ ਨਹੀਂ ਕੋਈ ਸੋਚ ਰਿਹਾ। ਇਹ ਤਬਦੀਲੀ ਹੈਗੀ ਹੈ ਅੱਜ ਦੇ ਉਥਲ ਪੁਥਲ ਦੀ, ਅਤੇ ਪੁਰਾਣੇ ਜ਼ਮਾਨੇ 'ਚ ਕਦੇ ਨਾ ਕਿਸੇ ਇਸ਼ੂਆਂ ਨੂੰ ਹੋ ਕੇ ਹੁੰਦੀਆਂ, ਅਤੇ ਹੁਣ ਸਾਰੇ ਇਸ਼ੂ ਵਿੱਚ ਵਿਲਗੋਬਾ ਬਣ ਕੇ ਇੱਕ ਬਹੁਤ ਭਿਆਨਕ ਸਟੇਜ ਦੇ ਉੱਪਰ ਅੱਜ ਅਸੀਂ ਲੰਘ ਰਹੇ ਹਾਂ ਪੰਜਾਬ ਦੇ ਵਿੱਚ, ਬਹੁਤ ਹੀ ਚਿੰਤਾਜਨਕ ਜਿਹਨੂੰ ਆਪਾਂ ਕਹਿ ਦਈਏ ਉਸ ਹਾਲਾਤ ਵਿੱਚ। ਤੁਸੀਂ ਬੋਲਿਆ ਕਿ ਉਥਲ ਪਥਲ ਬਹੁਤ ਵੇਖਣ ਨੂੰ ਮਿਲ ਰਿਹਾ। ਅਗਰ ਕਾਂਗਰਸ ਦੀ ਗੱਲ ਕੀਤੀ ਜਾਵੇ, ਅਗਰ ਹਾਲ ਫਿਲਹਾਲ ਦੇ ਸਿਨੈਰੀਓਜ਼ ਦੀ, ਸੱਤਾ ਪਲਟੀ, ਬਦਲਾਵ ਹੋਏ, ਸਭ ਕੁਝ ਬਦਲਿਆ, ਕਈ ਚੀਜ਼ਾਂ ਬਦਲੀਆਂ। ਅੱਜ ਜਿਹੜੇ ਲੰਬੇ ਅਰਸੇ ਤੱਕ ਕਾਂਗਰਸ ਨਾਲ ਜੁੜੇ ਰਹੇ, ਉਹ ਆਪਣੀ ਰਿਪੋਰਟ ਕਾਰਡ ਪੇਸ਼ ਕਰ ਰਹੇ ਨੇ। ਉਹਨਾਂ ਨੂੰ ਲੋਕਾਂ ਨੂੰ ਦੱਸਣਾ ਪੈ ਰਿਹਾ ਕਿ 4.5 ਸਾਲ ਵਿੱਚ ਮੈਂ ਕਿਆ ਕੀਤਾ, ਜਦ ਕਿ ਉਹਨਾਂ ਦੀ ਹੀ ਪਾਰਟੀ ਦੇ ਲੋਕ ਇਸ ਤਰੀਕੇ ਦੀ ਚੀਜ਼ਾਂ ਬੋਲ ਰਹੇ ਕਿ 4.5 ਸਾਲ ਕੁਝ ਕੀਤਾ ਨਹੀਂ। ਦੋ ਪੱਖ ਜਿਹੜੇ ਦੇਖਣ ਨੂੰ ਕਾਂਗਰਸ ਵਿੱਚ ਮਿਲ ਰਹੇ ਨੇ। ਤੁਸੀਂ ਕਾਂਗਰਸ ਦਾ ਹਿੱਸਾ ਰਹੇ ਹੋ, ਮੁੱਖ ਮੰਤਰੀ ਵੀ ਰਹੇ ਹੋ ਆਪਣੇ ਸਮੇਂ ਦੇ ਵਿੱਚ। ਇਸ ਤਰੀਕੇ ਦਾ ਸਿਨੈਰੀਓ ਪਹਿਲਾਂ ਕਦੀ ਕਾਂਗਰਸ ਦੇ ਵਿੱਚ ਦੇਖਣ ਨੂੰ ਤੁਹਾਨੂੰ ਲੱਗਦਾ ਸੀ ਕਿ ਮਿਲਿਆ ਸੀ? ਅਗਰ ਕਦੀ ਇਨ ਕੇਸ ਥੋੜ੍ਹੇ ਬਹੁਤੇ ਗ੍ਰਜਿਸ ਵੀ ਹੁੰਦੇ ਸੀ ਤਾਂ ਕਿ ਇਸ ਤਰੀਕੇ ਦਾ ਟਵਿੱਟਰ ਵਾਰ ਜੋ ਆਪਸ ਵਿੱਚ ਬੈਠ ਕੇ ਨਹੀਂ ਬਲਕਿ ਟਵਿੱਟਰ ਦੇ ਜ਼ਰੀਏ ਇੱਕ ਦੂਸਰੇ ਪਰ ਤੰਜ ਕਸੇ ਜਾ ਰਹੇ ਨੇ? ਮੈਂ ਇਹੀ ਗੱਲ ਕਹਿ ਰਹੀ ਹਾਂ ਕਿ ਇੱਕ ਜ਼ਮਾਨਾ ਸੀ ਜਦੋਂ ਡਿਸਿਪਲਿਨ ਸਖਤੀ ਦੇ ਨਾਲ ਦੇਖਿਆ ਜਾਂਦਾ ਸੀਗਾ। ਇੱਕ ਜ਼ਮਾਨਾ ਸੀ ਜਦੋਂ ਬਹੁਤ ਸਾਰੇ ਕਈ ਵਾਰੀ ਫੈਸਲੇ, ਬਹੁਤ ਵੱਡੇ ਫੈਸਲੇ ਹੋਏ ਇੱਥੇ, ਰਿਲੀਜੀਅਸ ਵੀ ਹੋਏ, ਦੂਜੇ ਤੀਜੇ ਵੀ ਹੋਏ, ਜਿਨ੍ਹਾਂ ਵਿੱਚ ਇੱਕ ਲਾਈਨ 'ਚ ਰਹਿ ਕੇ ਆਪਣੀ ਵਿਰੋਧਤਾ ਵੀ ਜਤਾਈ, ਪਲੇਟਫਾਰਮ 'ਤੇ ਠੀਕ 'ਤੇ ਜਤਾਈ, ਅਤੇ ਠੀਕ ਤਰੀਕੇ ਨਾਲ ਜਿੱਥੋਂ ਕਿ ਪਾਰਟੀ ਡੈਮੇਜ ਨਾ ਹੋਵੇ ਅਤੇ ਮੈਂ ਆਪਣੀ ਗੱਲ ਦਾ ਵੀ ਉੱਤੇ ਜਾ ਕੇ ਸ਼ਿਕਵਾ ਕਰ ਸਕਾਂ, ਉਹ ਤਰੀਕਾ ਸੀ। ਅੱਜ ਜੋ ਤਰੀਕਾ ਆ ਗਿਆ, ਜਿਹਨੂੰ ਮੈਂ ਕਹਿੰਦੀ ਹਾਂ ਕਿ ਸਾਰਿਆਂ 'ਚ ਹੀ ਤੁਸੀਂ ਇੱਕ ਪਾਰਟੀ ਦੀ ਨਾਲ ਗੱਲ ਕਰੋ, ਸਾਰਿਆਂ 'ਚ ਇਨਡਿਸਪਲਿਨ ਆਇਆ ਹੋਇਆ ਹੈ। ਕੋਈ ਅੱਜ ਇੱਥੇ ਆ, ਕੱਲ੍ਹ ਉੱਥੇ, ਅੱਗੇ ਪਾਰਟੀਆਂ ਇੱਕ ਹੁੰਦੀਆਂ ਸੀ ਕਿ ਅਸੂਲ ਕੀ ਨੇ, ਪਾਲਿਸੀ ਕੀ ਨੇ, ਸਿਧਾਂਤ ਕੀ ਨੇ, ਅਤੇ ਉਹਦੇ 'ਤੇ ਤਕਰੀਬਨ ਲੋਕ ਜਿਹਨੂੰ ਆਪਾਂ ਕਹਿ ਦਈਏ ਮੋਰ ਦੈਨ 70% ਚੱਲਦੇ ਸੀ, ਜਿਨ੍ਹਾਂ 'ਤੇ ਲੋਕਾਂ ਦਾ ਵਿਸ਼ਵਾਸ ਪਬਲਿਕ ਦਾ ਬਣਿਆ ਵਾ ਸੀ, ਚੱਲਦੇ ਹੈਗੇ ਸੀ। ਲੇਕਿਨ ਹੁਣ ਅਸੂਲਾਂ ਤੋਂ ਹਿੱਲੇ ਵੀ ਹੁਣ ਆਏ ਨਹੀਂ ਪਤਾ ਵੀ ਸੁਬਾਹ ਕਿਹੜਾ ਬੰਦਾ ਕਿਹੜੀ ਪਾਰਟੀ 'ਚ ਖੜ੍ਹਾ ਅਤੇ ਸ਼ਾਮ ਨੂੰ ਕਿਹੜੀ 'ਚ ਖੜ੍ਹਾ ਹੈਗਾ। ਉੱਥੇ ਨਿੱਜੀ ਜਿਹੜੀਆਂ ਮੈਂ ਅੱਗੇ ਪਹਿਲਾਂ ਗੱਲ ਕਹੀ ਹੈਗੀ ਕਿ ਨਿੱਜੀ ਚੀਜ਼ਾਂ ਆ ਗਈਆਂ। ਇੱਕ ਸਾਡਾ ਥੋੜ੍ਹਾ ਜਿਵੇਂ ਕਹਿੰਦੇ ਹੈਗੇ ਨੇ ਯੁੱਗ, ਮੀਡੀਆ ਦਾ ਯੁੱਗ ਵੀ ਆ ਗਿਆ, ਸੋਸ਼ਲ ਮੀਡੀਆ ਦਾ ਯੁੱਗ ਵੀ ਆ ਗਿਆ, ਟੈਕਨੋਲੋਜੀ ਦਾ ਯੁੱਗ ਵੀ ਆ ਗਿਆ, ਸਾਇੰਸ ਦਾ ਯੁੱਗ ਵੀ ਆ ਗਿਆ। ਅੱਗੇ ਇੰਨਾ ਐਕਸਪੋਜ਼ਰ ਨਹੀਂ ਸੀ, ਇੰਨਾ ਕਈ ਚੀਜ਼ਾਂ ਨਹੀਂ ਸੀ ਪਤਾ ਲੱਗਦੀਆਂ ਹੁੰਦੀਆਂ, ਅਤੇ ਔਰ ਇੰਨਾ ਇਹ ਵੀ ਹੁੰਦਾ ਸੀ ਕਿ ਕਦਰਾਂ ਕੀਮਤਾਂ ਸੀ ਕੁਛ ਨਾ ਕੁਛ। ਲੇਕਿਨ ਹੁਣ ਇਹ ਸਾਰੀਆਂ ਚੀਜ਼ਾਂ ਜਿਵੇਂ ਫਾਸਟ ਜ਼ਮਾਨਾ ਵੱਧ ਰਿਹਾ, ਫਾਸਟ ਫੂਡ ਆ ਗਏ, ਫਾਸਟ ਥੋਟਸ ਆ ਗਈਆਂ। ਇਹਨਾਂ ਦੇ ਮੁਤਾਬਕ ਜਿਵੇਂ ਅਸੀਂ ਇੱਕ ਚੀਜ਼ ਦੇ ਵਿੱਚ, ਜਿਵੇਂ ਸਾਡੀ ਪਾਰਟੀ ਤੁਸੀਂ ਗੱਲ ਕੀਤੀ ਹੈ ਕਿ ਰਿਪੋਰਟ ਕਾਰਡ ਦੇਣੇ ਪੈ ਰਹੇ ਆ, ਫਲਾਨੇ ਕਰਨੇ ਦੇ ਪਏ ਨੇ, ਇਹਦੇ ਵਿੱਚ ਇੱਕ ਤਬਦੀਲੀ ਸਾਡੀ ਪਾਰਟੀ ਨੇ, ਤਬਦੀਲੀ ਵੀ ਨਹੀਂ, ਇੱਕ ਨਵਾਂ ਇਨੀਸ਼ੀਏਟ ਕੀਤਾ ਕਿ ਅਸੀਂ ਯੂਥ ਅੱਗੇ ਲੈ ਕੇ ਆਉਣੀ ਹੈ। ਦੈਟਸ ਵੈਰੀ ਗੁੱਡ ਥਿੰਗ, ਕਿਉਂਕਿ ਜਨਰੇਸ਼ਨ ਜਦੋਂ ਜਾਂਦੀ ਹੈ ਅਤੇ ਉਹੀ ਪੁਰਾਣੇ ਬੰਦਿਆਂ ਨੂੰ ਤੁਸੀਂ ਲੈ ਕੇ ਬੈਠੇ ਰਹੋਗੇ ਤਾਂ ਗੱਲ ਨਹੀਂ ਚੱਲਦੀ। ਨਵੀਂ ਸੋਚ, ਨਵੀਂ ਐਨਰਜੀ, ਨਵਾਂ ਸਾਰਾ ਉਹ ਮੌਕਾ ਦੇਣਾ ਚਾਹੀਦਾ ਨਵਿਆਂ ਨੂੰ। ਇਹ ਹੁੰਦਾ ਆਇਆ ਹੈ, ਪੁਰਾਣੇ ਸਮਿਆਂ 'ਚ ਵੀ ਹੁੰਦਾ ਆਇਆ। ਲੇਕਿਨ ਕਈ ਵਾਰੀ ਉਹ ਤਰੀਕੇ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਵੀ ਚਾਹੀਦਾ ਤਾਂ ਹੈ,
ਪਰ ਉਹ ਕਰਨ ਦਾ ਤਰੀਕਾ ਗਲਤ ਹੋ ਜਾਂਦਾ ਸਾਡਾ। ਜਿਵੇਂ ਮੈਂ ਸਮਝਦੀ ਹਾਂ ਕਿ ਸਾਡੀ ਆਪਣੀ ਪਾਰਟੀ ਦੇ ਵਿੱਚ ਵੀ ਮੈਂ ਖੁਦ ਜਿਸ ਤਰ੍ਹਾਂ 25% ਦੀ ਪ੍ਰੋਡਕਟ ਸੀ, ਇੰਦਰਾ ਜੀ ਨੇ 25% ਲੇਡੀਜ਼ ਨੂੰ ਟਿਕਟ ਦੇਣਾ ਸੀ, ਲੇਕਿਨ ਕਿੰਨਾ 25% ਵਿੱਚ ਆਇਆ। ਇਹ ਨਹੀਂ ਕਿ ਬਰਾਬਰ ਪਿਛਲੇ ਸਮੇਂ 'ਚ ਸਾਡੇ ਯੂਥ ਨੂੰ ਅੱਗੇ ਲਿਆਉਣ ਦਾ ਵਿੱਚ ਜਿਹੜਾ ਫੈਸਲਾ ਲਿਆ ਗਿਆ, ਨਾ ਤਾਂ ਉਹ ਯੂਥ ਦੇ ਉਹਨਾਂ ਕੰਮ ਆਇਆ, ਨਾ ਉਹ ਪਾਰਟੀ ਦੇ ਉਹਨਾਂ ਕੰਮ ਆਇਆ। ਉਹਦੇ ਵਿੱਚ ਜਿਹੜੇ ਸਟ੍ਰੈਟਜਿਸਟ ਸੀਗੇ ਜਾਂ ਜਿਹੜੇ ਐਡਵਾਈਜ਼ਰ ਸੀ, ਉਹਨਾਂ ਸਾਰਿਆਂ ਨੇ ਹਰ ਐਂਗਲ ਤੋਂ ਨਹੀਂ ਦੇਖਿਆ। ਉੱਥੇ ਕਿਹਾ ਜੀ ਕਿ ਤਬਦੀਲੀ ਕਰ ਦਿਓ, ਵੱਡਿਆਂ ਨੂੰ ਘਰੇ ਬਿਠਾ ਦਿਓ, ਛੋਟਿਆਂ ਨੂੰ ਘਰੇ ਲੈ ਆਓ। ਇੱਕ ਵੱਡੇ ਛੋਟੇ ਦੀ ਬਣ ਗਿਆ, ਲੜਾਈ ਦਾ ਉਹ ਬਣ ਗਿਆ, ਦਾਇਰਾ ਬਣ ਗਿਆ ਆ ਕੇ। ਉਹਦੇ ਵਿੱਚ ਅੱਗੇ ਕੀ ਹੁੰਦਾ ਸੀਗਾ ਜਾਂ ਹੁਣ ਮੇਰੀ ਰਾਏ ਮੁਤਾਬਕ ਕੀ ਹੋਣਾ ਚਾਹੀਦਾ ਹੈਗਾ, ਤੁਸੀਂ 2-3 ਥਾਵਾਂ 'ਤੇ ਜਿੱਥੇ ਕਿਤੇ ਵੀ ਦੇਖੋ ਅੱਡ-ਅੱਡ ਸਟੇਟਾਂ ਦੇ ਵਿੱਚ, ਉੱਥੇ ਹੁੰਦਾ ਸੀ ਕਿ ਇੱਕ ਲੀਡਰ ਜਿਹੜਾ ਬਣਦਾ ਉਹ 35-40 ਸਾਲ ਤੋਂ ਬਾਅਦ ਲੋਕਾਂ ਦੇ ਸਾਰੇ ਤਜਰਬਿਆਂ ਤੋਂ, ਗੱਲਾਂ ਤੋਂ, ਸਿਚੁਏਸ਼ਨਾਂ ਤੋਂ ਵਾਕਫ ਹੋ ਕੇ ਫਿਰ ਉਹ ਪਰਪੱਕ ਪੋਲੀਟੀਸ਼ੀਅਨ ਬਣਦਾ ਹੈਗਾ। ਸਾਰੀਆਂ ਸਿਚੁਏਸ਼ਨਾਂ ਇਹਨੇ ਸਮਝ ਦੇਖੀਆਂ ਵੀ ਹੁੰਦੀਆਂ, ਉਹਦੇ ਕੋਲ ਤਜਰਬਾ ਬਹੁਤ ਵੱਡਾ ਹੁੰਦਾ ਹੈਗਾ। ਅਤੇ ਉਸ ਦੇ ਨਾਲ ਇੱਕ ਜੂਨੀਅਰ ਲਾ ਦੇਣਾ, ਜਿਵੇਂ ਕਿ ਹਰ ਥਾਂ 'ਤੇ ਹੁੰਦਾ ਹੈ। ਤੁਸੀਂ ਜਦੋਂ ਕੋਈ ਨਵਾਂ ਅਫਸਰ ਸਿਲੈਕਟ ਹੁੰਦਾ ਤੁਹਾਨੂੰ ਪ੍ਰੋਬੇਸ਼ਨ 'ਤੇ ਭੇਜਦੇ ਆ ਫੀਲਡ 'ਚ, DC ਦੇ ਥੱਲੇ ਲਾਓ ਅਤੇ ਉਹ ਜਾ ਕੇ ਕੰਮ ਦੇਖੇ, ਸਿੱਖੇ ਉਸ ਥਾਂ 'ਤੇ। ਹਰ ਇੱਕ ਬੰਦੇ ਨੂੰ ਜਿਹੜਾ ਨਿਊਲੀ ਪੜ੍ਹ ਕੇ ਵੀ ਆਉਂਦੇ ਆ, ਤੁਹਾਡਾ ਪ੍ਰੈਕਟੀਕਲ ਅਸੀਂ ਥਿਊਰੀ ਪੜ੍ਹਦੇ ਹਾਂ, ਫਿਰ ਪ੍ਰੈਕਟੀਕਲ ਵੀ ਤਾਂ ਹੁੰਦੇ ਆ, ਉਹ ਦੇਣੇ ਪੈਂਦੇ ਹੈਗੇ ਨੇ। ਇਸੇ ਤਰ੍ਹਾਂ ਨਾਲ ਹਰ ਸਿਚੁਏਸ਼ਨ ਦੇ ਵਿੱਚ ਹਰ ਇੱਕ ਬੰਦੇ ਨੂੰ ਕੋਈ ਐਕਸਪੀਰੀਅੰਸ, ਉਹਦੀ ਜਾਣ ਪਛਾਣ, ਉਹਦੀ ਪਹਿਚਾਣ, ਉਹਦਾ ਕੌਨਫੀਡੈਂਸ, ਇਹ ਸਾਰੀਆਂ ਚੀਜ਼ਾਂ ਲੀਡਰ ਬਿਲਡ ਹੋਣ ਵਾਸਤੇ ਕੁਛ ਸਮਾਂ ਵੀ ਲੱਗਦਾ ਅਤੇ ਕੁਛ ਕੋਚਿੰਗ ਵੀ ਹੁੰਦੀ ਹੈ। ਕੋਚਿੰਗ ਇਸ ਤਰੀਕੇ ਦੀ ਹੋ ਜਾਂਦੀ ਕਿ ਜੇ ਕਿਸੇ ਨੇ CM ਬਦਲਣਾ ਹੈ ਤਾਂ ਉੱਥੇ CM ਦੇ ਨਾਲ ਡਿਪਟੀ CM ਲੱਗ ਸਕਦਾ ਹੁੰਦਾ ਸੀ। ਅੱਜ ਕੱਲ੍ਹ ਲੱਗਦੇ ਆ, ਲੇਕਿਨ ਜੂਨੀਅਰ ਸੀਨੀਅਰ ਦਾ ਗੈਪ ਰੱਖ ਕੇ ਆ ਕੇ। ਅਤੇ ਜਿਵੇਂ ਇਸ ਤੋਂ ਬਾਅਦ ਤੁਹਾਡਾ ਆਪਣਾ ਜੇ ਕੋਈ ਪ੍ਰਧਾਨ ਬਦਲਦੇ ਆ ਤਾਂ ਪ੍ਰਧਾਨ ਦੇ ਨਾਲ ਵਾਈਸ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਜੋ ਵੀ ਲਾਉਣਾ ਹੁੰਦਾ ਉਹ ਲਾ ਕੇ ਦਿੱਤਾ ਜਾਂਦਾ। ਆਪਾਂ 8-10 ਸਾਲਾਂ 'ਚ 1-2 ਟਰਮਾਂ ਦੇ ਵਿੱਚ ਉਹਦਾ ਐਕਸਪੀਰੀਅੰਸ ਹੋ ਜਾਂਦਾ, ਉਹਦੀ ਜਾਣ ਪਛਾਣ ਹੋ ਜਾਂਦੀ ਹੈ, ਲੋਕਾਂ ਵੀ ਸਾਰੀ ਪਤਾ ਹੁੰਦੀ ਹੈ। ਔਰ ਜਿਹੜਾ ਉੱਪਰਲਾ ਸੀਨੀਅਰ ਬੰਦਾ ਉਹ ਆਪਣਾ ਐਕਸਪੀਰੀਅੰਸ ਦੱਸਦਾ, ਆਪਣੀ ਸੋਚ ਦੱਸਦਾ ਹੈਗਾ, ਅਤੇ ਨਵੇਂ ਦੀ ਐਨਰਜੀ ਵੀ ਹੁੰਦੀ ਹੈਗੀ ਹੈ। ਪੁਰਾਣੇ ਬੰਦੇ ਦੀ ਹੋਸ਼ ਅਤੇ ਨਵਿਆਂ ਦਾ ਜੋਸ਼, ਇਹ ਕੋਂਬੀਨੇਸ਼ਨ ਚੱਲਦਾ ਹੈ। ਹੁਣ ਜੇ ਇਕੱਲਾ ਜੋਸ਼ ਦਿਓਗੇ ਜਾਂ ਇਕੱਲੀ ਹੋਸ਼ ਦਿਓ, ਇਕੱਲੇ ਸਾਰੇ ਬੁੜੇ 'ਚ ਬੈਠੇ ਰਹੀਏ। ਤੁਸੀਂ ਹੋਸ਼ ਜੋਸ਼ ਦੀ ਗੱਲ ਕੀਤੀ ਹੈ, ਸੀਨੀਅਰ ਜੂਨੀਅਰ ਦੀ ਗੱਲ ਕੀਤੀ ਹੈ, ਜੋ ਤਬਦੀਲੀਆਂ ਇਸ ਵਾਰ ਹੋਈਆਂ, ਕੀ ਲੱਗਦਾ ਇਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੁਛ ਇਹ ਚੀਜ਼ ਮਤਲਬ ਦੇਖਣ ਨੂੰ ਮਿਲੀ ਹੈ, ਨਹੀਂ ਦੇਖਣ ਨੂੰ ਮਿਲੀ? ਨਹੀਂ, ਮੈਂ ਇਹ ਨਹੀਂ ਕਹਿੰਦੀ ਹਾਂ ਕਿ ਇਹਦੇ ਵਿੱਚ ਕੋਈ ਗਲਤ ਹੋਈਆਂ ਹੈਗੀਆਂ। ਜੋ ਤਬਦੀਲੀਆਂ ਕੀਤੀਆਂ ਠੀਕ ਹੈ, ਇਹਨਾਂ ਦੀ ਕਰਨ ਦੀ ਲੋੜ ਸੀ, ਹੋਣੀਆਂ ਚਾਹੀਦੀਆਂ ਸੀ। ਲੇਕਿਨ ਇੱਕ ਤਾਂ ਇਹ ਹੈਗਾ ਕਿ ਥੋੜ੍ਹਾ ਸਮੇਂ ਤੋਂ ਪਹਿਲਾਂ ਇਟਸ ਟੂ ਸ਼ਾਰਟ, ਥੋੜ੍ਹਾ ਟਾਈਮ ਹੈਗਾ। ਜੇ ਨਵੀਂ ਸਾਡੀ ਜਨਰੇਸ਼ਨ ਨੂੰ ਕੁਛ ਕਰਕੇ ਦਿਖਾਉਣਾ, ਬਹੁਤ ਸਾਡੀ ਜਿਹੜੀ ਨਵੇਂ ਨੌਜਵਾਨ ਸਰਕਾਰ ਸਾਡੀ ਬਣੀ ਹੈ, ਇਹ ਦਿਨ ਰਾਤ ਇੱਕ ਕਰ ਰਹੇ ਨੇ, ਬਹੁਤ ਮਿਹਨਤ ਕਰ ਰਹੇ ਨੇ, ਬਹੁਤ ਤਰੀਕੇ ਨਾਲ ਚੱਲੇ ਹੋਏ ਨੇ, ਅੱਛੀਆਂ ਸਕੀਮਾਂ ਆ ਰਹੀਆਂ, ਅੱਛੇ ਇਹਨਾਂ ਦੇ ਮੈਂ ਕਹਿੰਦਾ ਦਿਮਾਗੀ ਸੋਚਾਂ ਹੈਗੀਆਂ। ਲੋਕਾਂ ਦਾ ਨੀਡ ਬੇਸਡ, ਵਟ ਇਜ਼ ਦਾ ਨੀਡ ਆਫ ਟੂਡੇ ਜਨਰੇਸ਼ਨ, ਇਹ ਸਾਰੀਆਂ ਸਿਚੁਏਸ਼ਨ ਲੈ ਕੇ ਚੱਲ ਰਹੇ ਨੇਗੇ ਵਧੀਆ ਅੱਛੇ ਤਰੀਕੇ ਨਾਲ। ਪਰ ਇਹਨਾਂ ਕੋਲ ਸਮਾਂ ਤਾਂ ਹੋਣਾ ਚਾਹੀਦਾ ਨਾ, ਇਹਨਾਂ ਕੋਲ ਸਮਾਂ ਥੋੜ੍ਹਾ ਹੈ। ਜੇ ਤੁਸੀਂ ਇਸ ਤਰ੍ਹਾਂ ਦੀ ਚੀਜ਼, ਕਿਉਂਕਿ ਇਹਨਾਂ ਦੇ ਬਤੌਰ ਮਿਨਿਸਟਰ ਵੀ ਕੁਛ ਨਾ ਕੁਛ ਤਜਰਬੇ ਹੋਏ ਵੀ ਹੁੰਦੇ ਹੈਗੇ ਨੇ, ਅਤੇ ਉਹ ਤਜਰਬੇ ਹੋਏ ਵੀ ਨੇ, ਲੇਕਿਨ ਉੱਥੇ ਸਮੇਂ ਦੀ ਲੈ ਕੇ ਆ ਗਈ ਕਿ ਟਾਈਮ ਇਜ਼ ਵੈਰੀ ਸ਼ਾਰਟ। ਸੋ ਮੈਂ ਇਹ ਨਹੀਂ ਕਹਿੰਦੀ ਹਾਂ ਕਿ ਇਹ ਨਹੀਂ ਹੋਣੀ ਚਾਹੀਦੀਆਂ, ਲੇਕਿਨ ਮੈਂ ਇਹ ਸਮਝਦੀ ਹਾਂ, ਜਿਵੇਂ ਆਪਣੀ ਸਟੇਟ ਦੀ ਗੱਲ ਹੀ ਨਹੀਂ ਮੈਂ ਇਕੱਲੀ ਕਰਦੀ, ਕਈ ਸਾਰੀਆਂ ਸਟੇਟਾਂ ਦੀ ਹੋਰ ਗੱਲ ਕਰਦੀਆਂ। ਜਿਵੇਂ ਤੁਸੀਂ ਹਰਿਆਣੇ ਦੇ ਵਿੱਚ ਵੀ ਸੋਚੋ ਜਾਂ ਹੋਰ ਪਾਸੇ ਸੋਚੋ, ਕਈ ਵਾਰੀ ਇੱਕ ਜਿਵੇਂ ਮੈਂ CLP ਲੀਡਰ ਸੀ ਅਤੇ ਮੇਰੇ ਨਾਲ ਡਿਪਟੀ CLP ਲੀਡਰ ਲੱਗਿਆ ਸੀ, ਸਿੱਖਿਆ ਜਗਜੀਤ ਸਿੰਘ, ਮੁੜ ਕੇ ਉਹਨੇ ਆ ਕੇ CLP ਦਾ ਲੀਡਰ ਬਣ ਕੇ ਵਧੀਆ ਕੰਮ ਸੰਭਾਲਿਆ, ਮੇਰੀ ਤਰ੍ਹਾਂ ਸੰਭਾਲਿਆ। ਸੁਨੀਲ ਜਾਖੜ ਇਸ ਤਰ੍ਹਾਂ ਹੀ ਆਏ, ਉਹ ਵੀ ਬਣੇ, ਅਤੇ ਉਹਨਾਂ ਨੇ ਵੀ ਪਹਿਲਾਂ ਸਿੱਖਿਆ। ਕੋਈ ਬੰਦਾ ਪਹਿਲਾਂ ਘਰੋਂ ਸਿੱਖਿਆ ਨਹੀਂ ਆਇਆ ਹੁੰਦਾ, ਮੈਨੂੰ ਤਾਂ ਟੈਲੀਫੋਨ ਵੀ ਨਹੀਂ ਚੱਕਣਾ ਆਉਂਦਾ, ਮੈਂ ਵੀ ਇੱਥੇ ਆ ਕੇ ਸਿੱਖੀ ਹਾਂ, ਆਪਦੇ ਵੱਡੇ ਲੀਡਰਾਂ ਤੋਂ ਨਾਲ ਦੇਖ ਸਿੱਖੀ ਹਾਂ। ਸੋ ਹਰ ਚੀਜ਼ ਸਿੱਖਣੀ ਪੈਂਦੀ ਹੁੰਦੀ ਹੈ। ਤੁਸੀਂ ਜਦੋਂ ਕਿਸੇ ਕੰਪਨੀਆਂ 'ਚ ਨੌਕਰੀ ਲਈ ਵੀ ਭੇਜਦੇ ਹੋ, ਉੱਥੇ ਦਾ ਐਕਸਪੀਰੀਅੰਸ ਪੁੱਛਦੇ ਆ, ਕਿੱਥੇ ਕਿੱਥੇ ਕੰਮ ਕੀਤਾ, ਕਿਵੇਂ ਹੈ। ਸੋ ਇਹ ਜਿਹੜੀ ਸਾਰੀ ਕਿਸੇ ਨੂੰ ਵੀ ਲਾਉਣਾ ਹੈ, ਭਾਵੇਂ ਜੰਗ ਨੂੰ ਲਾਉਣਾ, ਉਹਦਾ ਦੇਖ ਲਓ ਕਿ ਉਹਨਾਂ ਦਾ ਕਿੰਨਾ ਕੰਮ ਕੀਤਾ ਵਾ, ਕਿਸ ਤਰ੍ਹਾਂ 'ਤੇ ਕੀਤਾ ਹੈਗਾ। ਜਿਵੇਂ ਮੇਰੀ ਬਹੁਤ ਪਹਿਲਾਂ ਇੱਕ ਜਦੋਂ ਯੂਥ ਦੇ ਵਿੱਚ ਇਹਨਾਂ ਨੇ ਟਿਕਟਾਂ ਦੇ ਰਹੇ ਸੀ, ਜਿਹੜੇ ਫਰੈਸ਼ ਵੱਧ ਭਰਤੀ ਕਰਕੇ ਆਏ ਨੇ, ਉਸ ਵਕਤ ਉਹਨਾਂ ਨੂੰ ਟਿਕਟਾਂ ਦੇ ਦਿਓ ਨਵੇਂ ਆਇਆਂ ਨੂੰ। ਉੱਥੇ ਮੈਂ ਆਪਣੀ ਰਾਏ ਦਿੱਤੀ ਸੀ ਵੀ ਅੱਜ ਅਸੀਂ ਭਰਤੀ ਇਕੱਲੀ ਦੇ ਸਿਰ 'ਤੇ ਕਿ ਇਨਰੋਲਮੈਂਟ ਕਿਹਨੇ ਕੀਤੀ ਹੈ। ਫਰਜ਼ੀ ਆ, ਇੱਕ ਬਹੁਤ ਅਮੀਰ ਆਦਮੀ ਉਹ ਬਹੁਤ ਜ਼ਿਆਦਾ ਇਨਰੋਲਮੈਂਟ ਕਰ ਸਕਦਾ ਹੈ, ਅਤੇ ਉਹਦੇ 'ਤੇ ਇਹ ਵੀ ਨਹੀਂ ਕੋਈ ਜ਼ਰੂਰੀ ਕਿ ਸਾਡਾ ਬਹੁਤ ਪੱਕਾ ਪਾਰਟੀ ਦਾ ਕਮਿਟਡ, ਸਾਡੀ ਆਈਡੀਓਲੋਜੀ ਨਾਲ ਜੁੜਿਆ ਵਾ ਇਨਸਾਨ ਹੈ। ਇੱਕ ਗਰੀਬ ਹੈ, ਆਈਡੀਓਲੋਜੀ ਨਾਲ ਜੁੜਿਆ ਵਾ, ਸੱਚਾ ਸੁੱਚਾ ਹੈਗਾ, ਸਭ ਕੁਛ ਹੈ, ਪਰ ਉਹ ਨਹੀਂ ਇਨਰੋਲਮੈਂਟ ਨਹੀਂ ਕਰ ਸਕਦਾ, ਉਹਦਾ ਕੰਪੀਟੀਸ਼ਨ ਨਹੀਂ ਕਰ ਸਕਦਾ ਕੇ, ਤਾਂ ਫਿਰ ਉੱਥੇ ਤੁਸੀਂ ਉਹਨਾਂ ਨੂੰ ਵੱਧ ਇਨਰੋਲਮੈਂਟ ਕਰਕੇ ਆ ਗਏ, ਜਿਹੜੇ ਉਹਨਾਂ ਨੂੰ ਟਿਕਟਾਂ ਦੇ ਦਈਏ ਯੰਗ ਫਸਟ ਟਾਈਮ ਆਇਆ ਨੂੰ,
ਤਾਂ ਉਹ ਤਾਂ ਇੱਕ ਇਸ ਤਰ੍ਹਾਂ ਹੋਊਗਾ ਕਿ ਪਾਰਟੀ ਨਹੀਂ ਇੱਥੇ ਉਹ ਇੱਕ ਸਰਾਂ ਹੈਗੀ ਹੈ, ਉੱਥੇ ਆਹ ਸਮਾਨ ਵੱਧ ਭਰਤੀ ਦਾ ਲੈ ਕੇ ਜਾਓ ਅਤੇ ਟਿਕਟ ਲਿਆਓ। ਮੈਂ ਉਸ ਵਕਤ ਅਪੋਜ਼ ਕੀਤਾ ਸੀ ਜਦੋਂ ਸਾਡੇ ਰਾਜਾ ਵੜਿੰਗ ਨੂੰ ਟਿਕਟ ਮਿਲੀ ਹੈ ਅਤੇ ਕੁਲਜੀਤ ਨਾਗਰਾ ਨੂੰ ਟਿਕਟ ਮਿਲੀ ਹੈ। ਉਸ ਵੇਲੇ ਇਹਨਾਂ ਦੀ ਜਿਹੜੀ ਜੰਗਰ ਇਮੀਡੀਏਟ ਉਸ ਤੋਂ ਬਾਅਦ ਪਹਿਲੀ ਵਾਰ ਐਨਰੋਲਮੈਂਟ ਕਰਕੇ ਸੀ, ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਸੀ। ਇਸ ਲਈ ਨਹੀਂ ਕਿ ਮੈਂ ਜਿਨ੍ਹਾਂ ਨੂੰ ਨਹੀਂ ਸੀ ਦੇਣੀਆਂ ਚਾਹੁੰਦੀ ਜਾਂ ਜੰਗ ਸੀ ਜਾਂ ਕਟਾਉਣੀ ਚਾਹੁੰਦੀ ਸੀ ਉਹਨਾਂ ਦੇ ਕੋਈ ਖਿਲਾਫ ਸੀਗੀ, ਪਰ ਮੈਂ ਕਹਿੰਦੀ ਸੀ ਵੀ ਜਿੰਨਾ ਇਸ ਤਰ੍ਹਾਂ ਦੇ ਮੁੰਡਿਆਂ ਨੇ ਕੰਮ ਕੀਤਾ ਹੈ, ਜਿਨ੍ਹਾਂ ਨੂੰ ਘੱਟੋ ਘੱਟ ਮਿਨੀਮਮ 5 ਸਾਲ ਜਾਂ 7 ਸਾਲ ਤਾਂ ਹੋਏ ਹੀ ਹੋਣ ਨਾ, ਉਹਨਾਂ ਨੂੰ ਤੁਸੀਂ ਦਿਓ, ਉਹਨਾਂ ਦਾ ਤਜਰਬਾ ਵੀ ਹੋਵੇ ਨਾ, ਕੰਟਰੀਬਿਊਸ਼ਨ ਵੀ ਹੈ, ਆਈਡੀਓਲੋਜੀਕਲੀ ਉਹ ਸਾਡੇ ਨਾਲ ਜੁੜੇ ਹੋਏ ਵੀ ਹੈਗੇ ਆ। ਇਹ ਨਾ ਦੇਖੋ ਇਕੱਲੀ ਇਨਰੋਲਮੈਂਟ ਆਈਡੀਓਲੋਜੀ, ਤੁਸੀਂ ਇੱਕ ਪਾਰਟੀ ਦੀ ਭਰਤੀ ਕਰ ਰਹੇ ਹੋ, ਇੱਕ ਜਨਰਲ ਆਮ ਪਬਲਿਕ ਦੀ ਭਰਤੀ ਨਹੀਂ ਕਰ ਰਹੇ। ਇਸ ਕਰਕੇ ਮੈਂ ਉਸ ਵਕਤ ਆਪਣੀ ਓਪੀਨੀਅਨ ਰੱਖੀ ਸੀ, ਮੇਰੀ ਓਪੀਨੀਅਨ ਮੰਨੀ ਉਸ ਵਕਤ ਸਾਡੀ ਪਾਰਟੀ ਨੇ, ਰਾਹੁਲ ਜੀ ਨੇ ਵੀ ਮੰਨੀ, ਸਾਰਿਆਂ ਨੇ ਮੰਨੀ। ਕੀ ਲੱਗਦਾ ਹੈ ਪਿਛਲੇ 4.5 ਸਾਲ ਵਿੱਚ ਜਿਸ ਤਰੀਕੇ ਨਾਲ ਹੁਣ ਇਸ ਸਮੇਂ ਚੱਲ ਰਿਹਾ ਕਿ 4.5 ਸਾਲ ਕੋਈ ਕੰਮ ਨਹੀਂ ਹੋਇਆ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਮੈਂ ਨਵੀਂ ਪਾਰਟੀ ਅਨਾਊਂਸ, ਉਹ ਕਹਿੰਦੇ ਮੈਂ ਬਹੁਤ ਜਲਦੀ ਮਤਲਬ ਕਰ ਦਾਂਗਾ। ਅਗਰ ਕਾਲੇ ਕਾਨੂੰਨਾਂ ਦੇ ਉੱਪਰ ਕੁਛ ਅਗਰ ਕੇਂਦਰ ਸਰਕਾਰ ਕਰਦੀ ਹੈ ਤੇ ਮੈਂ ਜ਼ਰੂਰ ਸ਼ੇਅਰਿੰਗ ਦੀ ਉਹਨਾਂ ਨੇ ਗੱਲ ਆਖੀ ਹੈ। ਸੋ ਕੀ ਲੱਗਦਾ ਹੈ ਉਹਨਾਂ ਦੇ ਉੱਪਰ ਇਹ ਚੀਜ਼ ਆਖੀ ਜਾ ਰਹੀ ਹੈ ਕਿ ਆਰੋਪ ਲਗਾਏ ਜਾ ਰਹੇ ਨੇ ਕਿ ਉਹ ਪਹਿਲਾਂ ਤੋਂ ਹੀ ਨਾਲ ਮਿਲੇ ਹੋਏ ਸੀਗੇ, ਤੁਹਾਨੂੰ ਕੀ ਲੱਗਦਾ ਮੈਮ? ਕਿਉਂਕਿ ਤੁਸੀਂ ਬੜੇ ਕਰੀਬੀ, ਹਾਲਾਂਕਿ ਤੁਹਾਡੇ ਬੜੇ ਕਰੀਬੀ ਰਹੇ ਨੇ ਕਾਂਗਰਸੀ, ਲੇਕਿਨ ਸਾਂਝ ਤੁਹਾਡੀ ਵੀ ਕਾਫੀ ਰਹੀ ਹੈ ਉਹਨਾਂ ਦੇ ਨਾਲ। ਦੇਖੋ ਜੇ ਕੋਈ ਮੇਰਾ ਦੁਸ਼ਮਣ ਵੀ ਆਇਆ, ਵਿਰੋਧੀ ਵੀ ਆਇਆ, ਅਤੇ ਖਾਸ ਤੌਰ 'ਤੇ ਵੀ ਉਹ ਰਾਏ ਡਿਸਕਸ਼ਨ ਕਰਨ ਵਾਸਤੇ ਆਇਆ, ਅਤੇ ਮੈਂ ਉੱਥੇ ਪੂਰੀ ਵਿਰੋਧੀ ਰਾਏ ਨਹੀਂ ਦਿੱਤੀ, ਚਾਹੇ ਉਹ ਰਾਏ ਮੇਰੇ ਖਿਲਾਫ ਵੀ ਕਿਉਂ ਨਾ ਜਾਂਦੀ ਹੋਵੇ, ਉੱਥੇ ਮੈਂ ਫੇਅਰਲੀ ਆਪਣੀ ਰਾਏ ਦਿੱਤੀ ਹੈਗੀ ਹੈ। ਸੋ ਇਸੇ ਤਰ੍ਹਾਂ ਜਿਵੇਂ ਤੁਸੀਂ ਕਹਿੰਦੇ ਹੋ ਪਿੱਛੇ 4.5 ਸਾਲ ਕੋਈ ਕੰਮ ਨਹੀਂ ਹੋਇਆ, ਹਾਲਾਂਕਿ ਮੇਰੇ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਬਹੁਤ ਸਾਰੇ ਇਸ਼ੂਆਂ ਦੇ ਡਿਫਰੈਂਸਿਸ ਰਹੇ ਸੀਗੇ, ਪਾਰਟੀ ਨਹੀਂ ਸੀ ਛੱਡੀ ਮੈਂ ਵੀ, ਅਤੇ ਇਹ ਸਾਰਿਆਂ ਥਾਵਾਂ 'ਤੇ ਡਿਫਰੈਂਸਿਸ ਹੋਣ ਦੇ ਬਾਵਜੂਦ ਆਪਣਾ ਖਿਆਲ ਵੱਖਰਾ, ਆਪਣਾ ਵਿਊ ਪੁਆਇੰਟ ਸਾਡਾ ਹਾਈ ਕਮਾਂਡ ਸੋਨੀਆ ਸਾਹਮਣੇ ਡਿਸਕਸ਼ਨ ਹੁੰਦੀ, ਮੈਂ ਆਪਣਾ ਪੁਆਇੰਟ ਰੱਖਦੀ ਸੀ। ਮੈਜੋਰਿਟੀ 'ਚ ਮੇਰਾ ਵਿਊ ਪੁਆਇੰਟ ਮੰਨਿਆ ਜਾਂਦਾ, ਬਹੁਤ ਵਾਰੀ ਇਹਨਾਂ ਦਾ ਮੰਨਿਆ ਜਾਂਦਾ। ਕੋਈ ਜ਼ਰੂਰੀ ਨਹੀਂ ਕਿ ਹਰ ਵਾਰ ਮੇਰਾ ਹੀ ਮੰਨੀ ਜਾਵੇ ਜਾਂ ਉਹਨਾਂ ਦੀ ਮੰਨੀ ਜਾਵੇ। ਜਿਹੜੀ ਚੀਜ਼ ਦੇ ਉੱਤੇ ਜ਼ਿਆਦਾ ਓਪੀਨੀਅਨ ਬਣਦੀ ਹੈ ਉਹਨੂੰ ਅਸੀਂ ਮੰਨ ਲੈਂਦੇ ਹੈਗੇ ਹਾਂ। ਇਹ ਨਹੀਂ ਮੈਂ ਕਹਿੰਦੀ ਕਿ 4.5 ਸਾਲ 'ਚ ਬਿਲਕੁਲ ਹੀ ਕੋਈ ਕੰਮ ਨਹੀਂ ਹੋਇਆ। ਉਸ 4.5 ਸਾਲ ਨੂੰ ਅਸੀਂ ਨੋਰਮਲ ਸਿਚੁਏਸ਼ਨ ਨਾਲ ਜਦੋਂ ਡੀਲ ਕਰਾਂਗੇ ਤਾਂ ਸਾਨੂੰ ਲੱਗੂਗਾ ਬਿਲਕੁਲ ਕੰਮ ਨਹੀਂ ਹੋਇਆ ਵਾ, ਕਿ 4 ਸਾਲ ਬੀਤ ਕੇ ਹੋਇਆ ਹੀ ਨਹੀਂ ਹੈ। ਲੇਕਿਨ ਉਹਦੇ ਵਿੱਚ ਜਿੱਥੇ ਇਤਰਾਜ਼ ਕਿ ਕੁਛ ਐਡਮਿਨਿਸਟ੍ਰੇਟਿਵਲੀ ਕੰਮ ਜਾਂ ਸੁਧਾਰ ਜਾਂ ਡਿਵੈਲਪਮੈਂਟ, ਕਿੰਨੀ ਕੁ ਫਾਈਨੈਂਸ਼ੀਅਲ ਸਾਡੀ ਵੀਕ ਸੀ ਸਿਚੁਏਸ਼ਨ, ਉਹਨੂੰ ਠੀਕ ਕਰਨ ਵਾਸਤੇ ਕਿੰਨਾ ਸਮਾਂ ਲੱਗਿਆ, ਅਤੇ ਉਸ ਤੋਂ ਬਾਅਦ ਕਿਹੜੇ ਕੰਮਾਂ ਦੀਆਂ ਪ੍ਰਾਇਓਰਟੀਜ਼ ਰਹੀਆਂ। ਜਿਵੇਂ ਹਰ ਵਾਰ ਮੈਂ ਕਹਿੰਦੀ ਹਾਂ ਕਿ ਸਾਡੇ ਸਾਹਮਣੇ ਕਰੋਨਾ ਦੀ ਬਿਮਾਰੀ, ਜੇ ਅਸੀਂ ਆਖੀਏ ਪਿਛਲੀਆਂ ਟਰਮਾਂ ਦੇ CM 'ਚ ਤਾਂ ਰੱਬ ਕਰੇ ਗਾਹਾਂ ਨੂੰ ਬਣਾਵੇ, ਅਤੇ ਨਹੀਂ ਸੀ ਆਈ, ਇਸ 'ਚ ਆ ਗਈ, ਉਹ ਇੱਕ ਪ੍ਰਾਇਓਰਟੀ ਬਣ ਗਈ, ਉੱਧਰ ਧਿਆਨ ਦੇਣਾ ਪ੍ਰਾਇਓਰਟੀ ਬਣ ਗਈ ਸਰਕਾਰ ਦੀ, ਉੱਧਰ ਫਾਈਨੈਂਸ ਜ਼ਿਆਦਾ ਲਾਉਣਾ ਸਾਡੀ ਪ੍ਰਾਇਓਰਟੀ ਬਣ ਗਈ ਹੈ। ਔਰ ਉਹਦੇ ਵਿੱਚ ਕਰਫਿਊ ਲੱਗੇ ਰਹੇ, ਬੰਦ ਲੱਗੇ ਰਹੇ, ਕਾਰੋਬਾਰ ਬੰਦ ਹੋਏ, ਲੋਕਾਂ ਦੇ ਜਮਾਂ ਬਿਲਕੁਲ ਬੰਦ ਰਹੇ, ਫਿਰ ਉਸ ਤੋਂ ਬਾਅਦ ਥੋੜ੍ਹੇ ਖੋਲ੍ਹੇ ਰਹੇ, ਕਿਵੇਂ ਘਾਟੇ ਪਏ। ਆਰਥਿਕ ਤੌਰ 'ਤੇ ਸਾਡੇ ਕਾਰੋਬਾਰ ਦੇ ਤੌਰ 'ਤੇ ਬਹੁਤ ਵੱਡੀ ਸੱਟ ਸਾਡੇ ਵੱਜੀ, ਅਤੇ ਦਫ਼ਤਰ ਵੀ ਬੰਦ ਰਹੇ ਇਸ ਤਰ੍ਹਾਂ ਨਾਲ। ਸੋ ਉਹਦੇ ਵਿੱਚ ਜਿੰਨਾ ਕੁ ਕੰਮ ਜੋ ਹੋਇਆ, ਅਸੀਂ ਸਮਝਦੇ ਹਾਂ ਕਿ ਐਡਮਿਨਿਸਟ੍ਰੇਟਿਵ ਕੰਮ ਕੁਛ ਹੋਇਆ, ਲੇਕਿਨ ਹਾਂ ਕੁਛ ਇਸ਼ੂਆਂ ਦੇ ਉੱਤੇ ਸਾਡੇ ਜਿਹੜੇ ਡਿਫਰੈਂਸਿਸ ਆਉਂਦੇ ਹੈਗੇ ਹੈ, ਕੁਛ ਇਸ਼ੂਆਂ ਦੇ ਉੱਤੇ ਆਉਂਦੇ ਹੈ। ਜਿਵੇਂ ਸਾਡੇ ਲੋਕਾਂ ਨੂੰ ਜ਼ਿਆਦਾ ਇਹ ਸੋਚਦੇ ਸੀ ਵੀ ਕੁਛ ਹੋਵੇ ਵੀ ਕਿ ਥੋੜ੍ਹਾ ਜਿਹਾ ਇੰਟਰਫੀਰੈਂਸ ਬਿਊਰੋਕ੍ਰੇਸੀ ਦੀ ਜ਼ਿਆਦਾ ਹੋਈ ਸੀਗੀ, ਜਿਹਦੇ 'ਤੇ ਲੋਕਾਂ ਨੂੰ ਨਿਰਾਸ਼ਤਾ ਹੋਈ ਸੀ। ਪਬਲਿਕ ਨੂੰ ਜਾਣਦਾ ਹੁੰਦਾ, ਪਬਲਿਕ ਨੂੰ ਸੁਣ ਸਕਦਾ ਹੁੰਦਾ। ਬਿਊਰੋਕਰੇਟ ਆਪਣੇ ਅਕਲ ਦੇ ਹਿਸਾਬ ਦੇ ਨਾਲ, ਆਪਣੀ ਕਾਬਲੀਅਤ ਦੇ ਹਿਸਾਬ ਨਾਲ ਉਹ ਅਫਸਰ ਬਣਿਆ ਹੁੰਦਾ, ਅਤੇ ਉਹਨੇ ਆਪਣੀਆਂ ਜ਼ਿੰਮੇਵਾਰੀਆਂ ਉਹਨੇ ਰੂਲ ਅਤੇ ਅਸੂਲ ਨਾਲ ਵੱਜੀਆਂ ਹੁੰਦੀਆਂ ਹੈਗੀਆਂ। ਪੋਲੀਟੀਕਲ ਬੰਦਿਆਂ ਦੀਆਂ ਜਿਹੜੀਆਂ ਹੁੰਦੀਆਂ ਉਹ ਆਪਣੀ ਪਬਲਿਕ ਦੀ ਨੀਡ ਦੇ ਮੁਤਾਬਕ ਵੱਜੀਆਂ ਹੁੰਦੀਆਂ। ਸੋ ਇਹਨਾਂ ਦੋਨਾਂ ਨੂੰ ਮਿਲ ਕੇ ਚੱਲਣਾ ਪੈਂਦਾ। ਸਰਕਾਰ ਪੋਲੀਟੀਕਲ ਕੀ ਚਾਹੀਦਾ, ਲੋਕਾਂ ਨੂੰ ਸਿਚੁਏਸ਼ਨ ਕੀ ਹੈ, ਉਹਦੇ ਮੁਤਾਬਕ ਸਟ੍ਰੈਟਜੀ ਬਣਾਉਣੀ ਸਰਕਾਰ ਦਾ ਕੰਮ ਹੈ, ਡੈਮੋਕ੍ਰੇਟਿਕ ਚੁਣੀ ਵੀ ਸਰਕਾਰ ਦਾ। ਐਡਮਿਨਿਸਟ੍ਰੇਟਰ ਜਿਸ ਤਰ੍ਹਾਂ CM ਹੈੱਡ ਬਣਦਾ ਹੈ, ਆਪਣੇ ਪੋਲੀਟੀਕਲ ਲੋਕਾਂ ਦਾ ਚੀਫ ਮਿਨਿਸਟਰ ਬਣਦਾ ਹੈ, ਇਵੇਂ ਜਿਵੇਂ ਜਿਹੜੇ ਅਫਸਰ ਹੈਗੇ ਨੇ ਉਹਨਾਂ ਦਾ ਇੱਕ ਚੀਫ ਸੈਕਟਰੀ ਬਣਦਾ, ਉਹ ਵੀ ਹੈੱਡ ਬਣਦਾ ਹੈਗਾ। ਉਹਨਾਂ ਨੇ ਉਹ ਰੂਲ ਅਸੂਲ, ਲੇਕਿਨ ਹੁੰਦਾ ਕੀ ਹੈ ਕਈ ਵਾਰੀ ਅਸੀਂ ਰੂਲਾਂ ਅਤੇ ਅਸੂਲਾਂ ਦੇ ਤੱਕ ਹੀ ਸਾਡੇ ਜਿਹੜੇ ਸਾਰੇ ਨਹੀਂ ਬਹੁਤ ਵਧੀਆ ਅਫਸਰ ਨੇ ਸਾਡੇ, ਲੇਕਿਨ ਕੁਛ ਅਫਸਰ ਇਹ ਹੈਗੇ ਜਿਨ੍ਹਾਂ ਦੀ ਸੋਚ ਇਹ ਹੁੰਦੀ ਹੈ ਕਿ ਜੋ ਰੂਲ ਬਣਿਆ ਮੈਂ ਤਾਂ ਉੱਥੇ ਹੀ ਜਾਣਾ, ਉਹਦੇ ਪਾਸੇ ਨਹੀਂ ਜਾਣਾ। ਉਹ ਉੱਥੇ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਜੇ ਪੋਲੀਟੀਕਲ ਡਿਸੀਜਨ ਇੱਕ ਗਵਰਨਮੈਂਟ ਦਾ ਹੋਇਆ ਹੈ, ਜਿਹੜੇ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਰਾਜ ਸਾਨੂੰ ਦਿੱਤਾ ਹੈਗਾ, ਉਹਦੇ ਮੁਤਾਬਕ ਇਸ ਗੌਰਮੈਂਟ ਸਟ੍ਰੈਟਜੀ ਮੁਤਾਬਕ ਉਹਨਾਂ ਨੇ ਕੋਈ ਉਹ ਚੇਂਜਸ ਚਾਹੁੰਦੇ ਹੈਗੇ ਨੇ, ਜਾਂ ਇੱਕ ਡਿਸੀਜਨ ਲੈ ਲਿਆ, ਉਹ ਡਿਸੀਜਨ ਨੂੰ ਹਾਊ ਵੀ ਸ਼ੁੱਡ ਇੰਪਲੀਮੈਂਟ, ਅਸੀਂ ਇੰਪਲੀਮੈਂਟ ਕਿਵੇਂ ਕਰਨਾ ਹੈ,
ਉਹਦਾ ਤਰੀਕਾ ਕੱਢ ਕੇ ਦੇਈਏ ਆ ਕੇ। ਮੈਮ ਕੀ ਲੱਗਦਾ ਹੈ ਇਸ ਲਈ ਜਿਹੜੀਆਂ ਤੁਸੀਂ ਕਹਿ ਰਹੇ ਹੈਗੇ ਹੋ ਕਿ ਯਕੀਨ ਦਿਵਾਉਣਾ ਪੈ ਰਿਹਾ ਹੈ ਜਾਂ ਕਰਨਾ ਪੈ ਰਿਹਾ ਹੈ, ਜਿੰਨੇ ਕੁ ਉਹਨਾਂ ਨੇ ਕੀਤੇ ਉਹਨਾਂ ਦਾ ਉਹ ਦੱਸ ਰਿਹਾ ਕਿ ਮੈਂ ਆ ਕੀਤੇ ਹੈਗੇ ਆ, ਲੇਕਿਨ ਜਿਹੜੇ ਨਹੀਂ ਕਰ ਸਕੇ ਕੀ ਕਾਰਨ ਸੀ? ਕੋਈ ਲੀਗਲ ਅੜਚਨਾ ਸੀਆਂ, ਕੋਈ ਆਪਣੀਆਂ ਕੋਰਟਾਂ ਦੀ ਇੰਟਰਫੀਅਰੈਂਸ ਸੀ, ਜਾਂ ਕੋਈ ਕਿਸ ਤਰ੍ਹਾਂ 'ਤੇ ਟਾਈਮ ਮੰਗਦੀ ਹੈ ਕਮਿਸ਼ਨਾਂ ਜਾਂ ਕਿਵੇਂ, ਉਹ ਸਾਰਿਆਂ ਦੇ ਉੱਤੇ ਲੋਕ ਸਮਝਦੇ ਹੈਗੇ ਕਿ ਉਸ 'ਤੇ ਕੁਛ ਐਕਸ਼ਨ ਹੋਣਾ ਚਾਹੀਦਾ ਸੀ। ਜਿਹੜੀਆਂ ਗੱਲਾਂ ਅਸੀਂ ਕਈਆਂ ਹੈਗੀਆਂ ਸੀ ਪਹਿਲਾਂ ਮੈਨੀਫੈਸਟੋ 'ਚ, ਚਾਹੇ ਉਹ ਮਾਈਨਿੰਗ ਦੀ ਕਹੀ, ਚਾਹੇ ਦੂਜੀ ਤੀਜੀ ਕਹੀ, ਚੌਥੀ, ਇਹ 3-4 ਇਸ਼ੂ ਸੀ ਜਿਹੜੇ ਲੋਕਾਂ ਨੂੰ ਜ਼ਿਆਦਾ ਟੱਚੀ ਲੱਗੇ ਹੈਗੇ ਨੇ, ਇੱਦਾਂ ਕਰਕੇ ਉਹ ਗੱਲ ਹੋਈ ਹੈਗੀ ਹੈ। ਲੇਕਿਨ ਦੂਜੇ ਪਾਸੇ ਔਨ ਦਾ ਅਦਰ ਹੈਂਡ ਮੈਂ ਇਹ ਸਮਝਦੀ ਹਾਂ ਕਿ ਤੁਸੀਂ ਕਹਿੰਦੇ ਹੋ ਪਾਰਟੀਆਂ ਬਣਾਉਣਾ, ਪਾਰਟੀ ਤਾਂ ਭਾਵੇਂ ਤੁਸੀਂ ਬਣਾ ਲਓ ਕੱਲ੍ਹ ਨੂੰ, ਪਾਰਟੀ ਤਾਂ ਕੋਈ ਬਣਾ ਸਕਦਾ, ਲੇਕਿਨ ਪਾਰਟੀ ਬਣਾਉਣ ਵੇਲੇ ਇਹ ਦੇਖਿਆ ਜਾਂਦਾ ਹੈ ਕਈ ਹੁਣ ਇਹੋ ਜਿਹੀ ਪਾਰਟੀਆਂ ਜੇ ਇਹੋ ਜਿਹੇ ਉੱਠ ਕੇ ਲੋਕ ਬਣਾਉਣਗੇ, ਮੈਂ ਹੁਣ ਨਾਂ ਨਹੀਂ ਕਿਸੇ ਦਾ ਵੀ ਲੈਣਾ ਚਾਹੁੰਦੀ, ਬਹੁਤ ਸਾਰੇ ਅੱਜ ਕੱਲ੍ਹ ਮੈਂ ਪੜ੍ਹ ਰਹੀ ਹਾਂ ਰੋਜ਼ ਹੀ ਡੇਲੀ ਇੱਕ ਅੱਧੀ ਪਾਰਟੀ ਕਦੋਂ ਬਣਦੀਆਂ ਨੇਗੀਆਂ, ਜਿਨ੍ਹਾਂ ਦੇ ਨਾਲ ਖੁਦ ਫੈਮਿਲੀ ਮੈਂਬਰਾਂ ਨੂੰ ਨਹੀਂ ਆਪਦੇ ਨਾਲ ਖੜ੍ਹਾ ਕਰ ਸਕਦੇ। ਜੇ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੀ ਪਾਰਟੀ 'ਚ ਸ਼ਾਮਲ ਹੋ ਕੇ ਨਹੀਂ ਆ ਰਹੇ, ਤੁਸੀਂ ਹਾਓ ਯੂ ਕੈਨ ਐਕਸਪੈਕਟ ਕਿ ਤੁਹਾਡੇ ਨਾਲ ਬਾਕੀ ਲੋਕ ਆਉਣਗੇ? ਔਰ ਕਿਸ ਇਸ਼ੂ 'ਤੇ ਪਾਰਟੀ ਬਣਾ ਰਹੇ ਹੋ, ਪਰਪਸ ਕੀ ਹੈਗਾ? ਸਿਰਫ ਇਹ ਹੀ ਨਹੀਂ ਆਪਣੇ ਆਪ ਨੂੰ ਜਸਟਿਸ ਲੈਣ ਲਈ ਜਾਂ ਆਪਣਾ ਗੁੱਸਾ ਕੱਢਣ ਲਈ ਅਸੀਂ ਪਾਰਟੀ ਬਣਾ ਰਹੇ ਹੋਈਏ, ਉਹ ਤਾਂ ਨਿੱਜੀ ਆ ਗਿਆ ਨਾ ਕਾਰਨ, ਨਿੱਜੀ ਲਈ ਲੋਕਾਂ ਦਾ ਕੋਈ ਵਾਸਤਾ ਨਹੀਂ ਹੈਗਾ। ਅਤੇ ਤੁਹਾਡਾ ਇੱਕ ਪਰਪਸ ਹੋਣਾ ਚਾਹੀਦਾ ਹੈ, ਤੁਹਾਡੀ ਇੱਕ ਥੋਟਸ ਹੋਣੀ ਚਾਹੀਦੀਆਂ ਕਿ ਮੇਰੀ ਆਹ ਚੀਜ਼ ਸੀ, ਇਹ ਮੇਰੀ ਵਿਚਾਲੇ ਰਹੀ, ਇਹ ਹੋ ਨਹੀਂ ਸਕੀ, ਮੈਂ ਪਾਰਟੀ ਬਣਾऊँ। ਬਟ ਐਟ ਦਿਸ ਸਟੇਜ ਇੱਥੇ ਤਾਂ ਆਪਾਂ ਬਣੀ ਬਣਾਈ ਪਾਰਟੀ ਚਲਾਉਣ ਦੇ ਲਈ ਵੀ ਮੈਂ ਜਿਵੇਂ ਪਹਿਲਾਂ ਕਿਹਾ ਕਿ ਸਮਾਂ ਘੱਟ ਹੈ ਸਾਡੇ ਮਿਨਿਸਟਰਾਂ ਕੋਲ, ਅਤੇ ਨਵੀਂ ਪਾਰਟੀ ਕਦੋਂ ਆਉਂਦੇ ਆ, ਕਦੋਂ ਤੁਸੀਂ ਆਪਣਾ ਸਾਰਾ ਜਿਵੇਂ ਕਹਿੰਦੇ ਹੋ ਕਿਉਂਟਦੇ ਹੋ, ਬਣਾਉਂਦੇ ਹੋ, ਬਿਲਡਿੰਗ ਬਣਦੀ ਆ, ਉਸਰਦੀ ਆ, ਕਿੱਥੇ ਆਉਂਦੀ, ਕਦੋਂ ਚਿਰ ਬੰਦੇ ਰਹਿਣ ਬਸੇਰੇ ਬਣਦੇ ਨੇਗੇ। ਇਸ ਟਾਈਮ ਦੇ ਵਿੱਚ ਅਗਰ ਕੋਈ ਨਾਰਾਜ਼ਗੀ ਹੈ ਥੋੜ੍ਹੀ ਜਿਹੀ, ਜਿਵੇਂ ਅੱਗੇ ਵੀ ਕਿਹਾ ਹੈਗਾ ਹੁਣ ਵੀ ਕਹਿੰਦੀ ਹਾਂ ਦੁਬਾਰਾ, ਕਿ ਬਰਦਾਸ਼ਤ ਦਾ ਮਾਦਾ ਹੋਣਾ ਚਾਹੀਦਾ ਹੈ। ਮੈਮ ਤੁਹਾਨੂੰ ਕੀ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਪੰਜਾਬ ਦੇ CM ਬਣੇ ਔਰ ਤਮਾਮ ਜਿਹੜੀ ਲੀਡਰਸ਼ਿਪ ਦੇ ਵਿੱਚ ਬਦਲਾਅ ਹੋਇਆ, 2022 ਦੀ ਚੋਣਾਂ ਦੀ ਗੱਲ ਕੀਤੀ ਜਾਵੇ, ਕਿਹੜੀ ਅਜਿਹੀ ਚੀਜ਼ ਜਾਂ ਕਿਹੜੀ ਅਜਿਹੀ ਰਣਨੀਤੀ ਹੁਣ ਕਾਂਗਰਸ ਨੂੰ ਲੈ ਕੇ ਆਉਣੀ ਪਏਗੀ, ਹੈ ਚੀਜ਼ਾਂ ਸਭ ਕਰਨੀਆਂ ਪੈਣ ਕਿਉਂਕਿ 2022 ਦੀ ਚੋਣਾਂ ਦੇ ਵਿੱਚ ਮੁੜ ਤੋਂ ਜਿੱਤ ਹਾਸਿਲ ਹੋ ਸਕੇ, ਕਿਉਂਕਿ ਸਿਨੈਰੀਓ ਬਦਲੇ ਨੇ? ਦੇਖੋ 2-3 ਪਾਰਟੀਆਂ ਦੀ ਨਾਲ ਡਿਸਕਸ਼ਨ 'ਚ ਆਉਂਦੀਆਂ ਜਿਹੜੀਆਂ ਆਪਾਂ ਕਰਦੇ ਹਾਂ, ਕਾਂਗਰਸ, ਅਕਾਲੀ ਦਲ ਅਤੇ BJP, ਇੱਕ ਆਪ ਨਵੀਂ ਕੁਛ ਸਾਲਾਂ ਤੋਂ ਆਈ ਹੈਗੀ ਪਾਰਟੀ। ਕਈ ਵਾਰ ਪਾਰਟੀਆਂ ਦੀਆਂ ਆਈਡੀਓਲੋਜੀਜ਼ ਬਹੁਤ ਸਟਰੋਂਗ ਹੁੰਦੀਆਂ, ਅੱਛੀਆਂ ਹੁੰਦੀਆਂ ਹੈਗੀਆਂ, ਉਹਨਾਂ ਦੀ ਕਿਸੇ ਨਾ ਕਿਸੇ ਲੀਡਰਸ਼ਿਪ ਤੋਂ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਜਿਹਦੇ ਕਰਕੇ ਲੋਕ ਨਿਰਾਸ਼ ਹੁੰਦੇ ਆ ਅਤੇ ਉਹ ਬਦਲਾਅ ਲੈ ਲੈਂਦੇ ਆ। ਕਈ ਵਾਰ ਇਹ ਹੁੰਦਾ ਹੈ ਕਿ ਤੁਹਾਡੀਆਂ ਆਈਡੀਓਲੋਜੀਜ਼ ਮਾੜੀਆਂ, ਉਹ 'ਚ ਸ਼ਾਇਦ ਕੋਈ ਅੱਛੇ ਇਨਸਾਨ ਨੂੰ ਕਿਸੇ ਨੂੰ ਮੌਕਾ ਮਿਲ ਜਾਵੇ, ਪਰ ਉਹਦੀਆਂ ਉਹ ਆਈਡੀਓਲੋਜੀਜ਼ ਕਰਕੇ ਫੇਲ ਹੁੰਦੀਆਂ। ਜਿਹੜੀਆਂ ਮੈਂ ਪਾਰਟੀਆਂ ਦੀ ਗੱਲ ਕਰਦੀ ਹਾਂ, ਜਿਸ ਤਰ੍ਹਾਂ ਹੁਣ ਮੇਜਰ ਵੱਡੀ ਪਾਰਟੀ ਅਕਾਲੀ ਦਲ ਸੀ, ਅਕਾਲੀ ਦਲ ਅੱਗੇ ਗਿਣਿਆ ਜਾਂਦਾ ਸੀ ਕਿ ਸਿੱਖਾਂ ਦੀ ਪਾਰਟੀ ਹੈ, ਅਕਾਲੀ ਦਲ ਦੀ ਪੰਥਕ ਪਾਰਟੀ ਹੈ, ਇਹ ਇੱਕ ਹੁੰਦਾ ਸੀ ਇਹਨਾਂ ਦੇ ਨਾਲ। ਉਹ ਸਾਰੇ ਲੋਕ ਇਹੀ ਸਮਝਦੇ ਸੀ ਵੀ ਇਹੀ, ਕਿਉਂਕਿ SGPC, ਅਕਾਲ ਤਖਤ, ਇਹ ਸਾਰਾ ਉਹਨਾਂ ਦੇ ਪ੍ਰੀਵਿਊ ਉਸ ਪਾਰਟੀਆਂ ਦੇ ਸੰਬੰਧ ਵਿੱਚ ਹੀ ਨਾਲ ਜੁੜਿਆ ਹੁੰਦਾ ਸੀਗਾ। ਇਸ ਕਾਰਨ ਕਰਕੇ ਸਾਡੇ ਲੋਕ ਬੜੇ ਭੋਲੇ ਇਨੋਸੈਂਟ ਉਹ ਦੇਖ ਕੇ ਕਿ ਇਹ ਤਾਂ ਪੰਥ ਨੂੰ ਪੈਣੀ ਹੈ ਵੋਟ, ਤਾਂ ਸਿੱਖ ਉਹ ਰਿਲੀਜੀਅਸ ਤੌਰ 'ਤੇ, ਮਾਨਸਿਕ ਤੌਰ 'ਤੇ ਲੋਕ ਇੰਨੇ ਵੱਜ ਗਏ ਸੀ, ਹੁਣ ਤਾਂ ਬੜੇ ਸਿਆਣੇ ਹੋ ਗਏ ਲੋਕ, ਉਸ ਤੋਂ ਬਾਹਰ ਆਏ ਨੇਗੇ, ਅਤੇ ਉਹ ਸਾਰੀ ਇਹ ਅਕਾਲੀ ਦਲ ਨੂੰ ਆਪਣਾ ਪੰਥ ਤਾਂ ਸਿੱਖ ਧਰਮ ਸਾਰਾ ਇਹ ਸਮਝ ਕੇ ਵੋਟਾਂ ਪਾਉਂਦੇ ਜਾਂਦੇ ਸੀ। ਲੇਕਿਨ ਅਕਾਲੀ ਦਲ ਦੀ ਆਈਡੀਓਲੋਜੀ ਕੀ ਰਹੀ? ਅਕਾਲੀ ਦਲ ਨੇ ਪੰਜਾਬੀ ਸੂਬਾ ਮੰਗਿਆ, ਉਹ ਉਹਨਾਂ ਨੇ ਪੰਜਾਬ ਦੀ ਬਿਹਤਰੀ ਲਈ ਨਹੀਂ ਮੰਗਿਆ, ਉਹ ਉਹਨਾਂ ਨੇ ਇਸ ਸਿਆਸੀ ਲਾਹੇ ਲਈ ਕਿ ਜੇ ਹਿੰਦੂ ਏਰੀਆਸ ਨੇ ਉੱਥੇ ਉਦੋਂ ਅਕਾਲੀ ਦਲ ਨੂੰ ਨਹੀਂ ਸੀ ਵੋਟ ਪੈਂਦੀ, ਰੂਰਲ ਏਰੀਏ ਸਿੱਖੀਜ਼ਮ ਦੇ ਲੋਕਾਂ ਦੀ ਪੈਂਦੀ ਸੀ ਖਿੱਤੇ ਦੀ ਜ਼ਿਆਦਾ, ਅਤੇ ਉਹਨਾਂ ਨੂੰ ਭਰਮਾ ਕੇ ਪੰਥ ਦਾ ਵਾਸਤਾ, ਸਿੱਖੀ ਨੂੰ ਖਤਰਾ, ਧਰਮ ਨੂੰ ਖਤਰਾ ਕਹਿ ਕੇ ਵੋਟਾਂ ਲੈ ਜਾਂਦੇ ਸੀਗੇ। ਅਤੇ ਜਿਹੜੇ ਆਹ ਲੋਕ ਸੀਗੇ ਨਾਨ ਸਿੱਖ, ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਵੋਟ ਨਹੀਂ ਆਉਂਦੀ, ਆਈਡੀਓਲੋਜੀ ਮਗਰ ਜਾਂਦੇ ਨੇ, ਅਤੇ ਇਹਨਾਂ ਨੇ ਇੱਕ ਪੰਜਾਬੀ ਸੂਬੇ ਦਾ ਇੱਕ ਐਸਾ, ਮੈਂ ਸਮਝਦੀ ਇੱਕ ਐਸਾ ਮੋਰਚਾ ਲੱਗਿਆ, ਐਸਾ ਨੁਕਸਾਨ ਹੋਇਆ ਪੰਜਾਬ ਦਾ ਕਿ ਪੰਜਾਬ ਦੀ ਇੱਕ ਸਟੇਟ 'ਚੋਂ 2 ਸਟੇਟਾਂ ਹੋਰ ਬਣ ਕੇ ਨਿਕਲ ਗਈਆਂ, ਹਰਿਆਣਾ ਅਤੇ ਹਿਮਾਚਲ, ਸਿਰਫ ਇਸ ਲਈ ਕਿ ਹਿੰਦੀ ਸਪੀਕਿੰਗ ਨਿਕਲ ਜੂਗਾ, ਪੰਜਾਬੀ ਸਪੀਕਿੰਗ ਰਹੂ ਅਤੇ ਸਾਡੀ ਕੁਰਸੀ ਨੂੰ ਕੋਈ ਖਤਰਾ ਨਹੀਂ ਹੋਊ। ਜਦੋਂ ਇਸ ਤਰ੍ਹਾਂ ਦੇ ਕੰਪਰੋਮਾਈਜ਼ ਕੋਈ ਪਾਰਟੀਆਂ ਕਰਦੀਆਂ ਤਾਂ ਉਹਨਾਂ ਦੀ ਆਈਡੀਓਲੋਜੀ ਤਾਂ ਗਲਤ ਹੋਈ। ਸਾਡੀ ਆਈਡੀਓਲੋਜੀ ਕਾਂਗਰਸ ਪਾਰਟੀ ਦੀ, ਅਸੀਂ ਵੀ ਸੂਬਿਆਂ ਦੇ ਨਹੀਂ ਕਿ ਅਸੀਂ ਖਿਲਾਫ ਹਾਂ, ਅਸੀਂ ਜ਼ਿਲ੍ਹੇ ਵੀ ਬਣਾ ਰਹੇ ਹਾਂ, ਸੂਬੇ ਵੀ ਬਣਾ ਰਹੇ ਹਾਂ, ਲੇਕਿਨ ਸਾਡੀ ਆਈਡੀਓਲੋਜੀ ਇਹ ਰਹੀ ਸੀ, ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਸੀ ਮਹਾਂ ਪੰਜਾਬ, ਮਹਾਂ ਪੰਜਾਬ ਮੀਨਸ ਕਿ ਆਹ ਤਾਂ ਹੈਗਾ ਹੀ ਹੈਗਾ ਜਿਹੜਾ ਹੈ। ਇਸ ਤੋਂ ਇਲਾਵਾ ਯੂਪੀ ਦਾ ਪੰਜਾਬੀ ਬੋਲਦਾ ਏਰੀਆ ਜਾਂ ਹਰਿਆਣਾ ਤਾਂ ਬਣਿਆ ਹੀ ਨਹੀਂ ਸੀ ਉਦੋਂ, ਜਾਂ ਕਿਸੇ ਹੋਰ ਸਟੇਟ ਦਾ ਨਾਲ ਲੱਗਦਾ ਬਾਰਡਰ 'ਤੇ ਏਰੀਆ, ਉਹ ਸਾਰਾ ਸਾਡੇ ਪੰਜਾਬ ਵਿੱਚ ਸ਼ਾਮਿਲ ਕਰੋ, ਚਾਹੇ ਰਾਜਸਥਾਨ ਦਾ ਹੋਵੇ, ਚਾਹੇ ਕਿਸ ਦਾ ਹੋਵੇ, ਉਹ ਸ਼ਾਮਿਲ ਕਰੋ ਤਾਂ ਕਿ ਵੱਡਾ ਮਹਾਂ ਪੰਜਾਬ ਬਣੇ। ਹੁਣ ਤੁਸੀਂ ਆਈਡੀਓਲੋਜੀ ਲਾਓ ਕਿ ਇੱਕ ਕਾਂਗਰਸ ਦਾ ਮੁੱਖ ਮੰਤਰੀ ਆਈਡੀਓਲੋਜੀ ਕਹਿੰਦਾ ਹੈ ਮਹਾਂ ਪੰਜਾਬ, ਇੱਕ ਅਕਾਲੀ ਦਲ ਦਾ ਮੁੱਖ ਮੰਤਰੀ ਕਹਿੰਦਾ ਹੈ ਪੰਜਾਬੀ ਸੂਬਾ ਵੀ ਨਹੀਂ ਬਣਿਆ, ਸੂਬੀ ਰਹੇਗੀ ਉਹ ਤਾਂ ਬਣ ਕੇ, ਕਿਉਂਕਿ ਉਸ ਵਕਤ ਇਹਨਾਂ ਦੀ ਨੀਅਤ ਇਹ ਸੀ ਕਿ ਅਸੀਂ ਬਣਾਉਣਾ ਨਹੀਂ, ਛੋਟਾ ਹੀ ਬਣਾਉਣਾ ਹੈ।
ਇਹ ਜਿਹੜਾ ਬਣਿਆ ਕਮਿਸ਼ਨ ਸੀ ਉਹਦੇ ਮੂਹਰੇ ਪੇਸ਼ ਨਹੀਂ ਹੋਏ ਅਤੇ ਉਹ ਕਮਿਸ਼ਨ ਦੇ ਮੁਤਾਬਕ ਜਿਹੜੀ ਦੂਜੀਆਂ ਸਟੇਟਾਂ ਨੇ ਕਿਹਾ ਸਾਡਾ ਹਿੰਦੀ ਸਪੀਕਿੰਗ ਬਾਹਰ ਕੱਢੋ, ਪੰਜਾਬ ਦੇ 3 ਟੁਕੜੇ ਹੋ ਗਏ ਹੈ। ਇਸੇ ਤਰ੍ਹਾਂ ਦੇ ਨਾਲ ਜਿਵੇਂ ਇਹਨਾਂ ਨੇ ਸਿਆਸਤ ਨੂੰ ਸਾਡੀ ਐਸਜੀਪੀਸੀ ਨੂੰ ਅਕਾਲੀ ਦਲ ਨੇ ਸਿਆਸੀ ਹਿੱਤਾਂ ਵਾਸਤੇ ਵਰਤਿਆ। ਮੈਂ ਕਿਸੇ ਅੱਜ ਇਕੱਲੇ ਇੱਕ ਟਾਰਗੇਟ ਨਹੀਂ ਕਰਦੀ ਕਿ ਇਕੱਲਾ ਜਿਵੇਂ ਕੋਈ ਬਾਦਲ ਪਰਿਵਾਰ ਜਾਂ ਮਜੀਠੀਆ ਪਰਿਵਾਰ ਜਾਂ ਇਕੱਲਾ ਫਲਾਨਾ ਪਰਿਵਾਰ ਜਾਂ ਧਮਕਾ ਜਾਂ ਇਕੱਲਾ ਢੀਂਡਸਾ, ਕਿਸੇ ਨੂੰ ਨਹੀਂ ਕਰਦੀ ਮੈਂ। ਜਾਂ ਪੁਰਾਣੇ ਟੌੜਾ ਸਾਹਿਬ ਵਰਗੇ ਬੜੀਆਂ ਮਹਾਨ ਸ਼ਖਸੀਅਤਾਂ ਰਹੀਆਂ, ਮਾਸਟਰ ਤਾਰਾ ਸਿੰਘ ਵਰਗੇ ਬੜੀਆਂ ਮਹਾਨ ਸ਼ਖਸੀਅਤਾਂ ਰਹੀਆਂ, ਸੰਤ ਚੰਦ ਸਿੰਘ ਲੌਂਗੋਵਾਲ ਵਰਗੇ ਮਹਾਨ ਸ਼ਖਸੀਅਤਾਂ ਰਹੀਆਂ। ਲੇਕਿਨ ਉਸ ਤੋਂ ਬਾਅਦ ਸਾਡੀ ਇਹ ਲੀਡਰਸ਼ਿਪ ਦੀ ਸੋਚ 'ਚ ਵੀ ਕਮੀ ਆਉਣ ਲੱਗ ਗਈ ਅਤੇ ਇਹਨਾਂ ਸਾਰਿਆਂ ਨੇ ਮੁੜ ਕੇ ਇਹ ਦੇਖ ਕੇ ਉਹਨੂੰ ਮਿਸਯੂਜ਼ ਕਰਕੇ ਸਿਆਸੀਕਰਨ ਕਰਤਾ ਉਹਦਾ ਐਸਜੀਪੀਸੀ ਦਾ, ਜਿਹਦੇ ਕਾਰਨ ਜਿਹੜੇ ਹੁਣ ਕਹਿੰਦੇ ਡੇਰਿਆਂ ਦੇ ਖਿਲਾਫ ਆ, ਕਿੰਨੇ ਡੇਰੇ ਪੈਦਾ ਹੋਏ ਨੇ। ਕਿਸ ਤਰ੍ਹਾਂ ਆ ਬੀਬੀ ਜਗੀਰ ਕੌਰ ਨੂੰ ਇਹਨਾਂ ਨੇ ਬਣਾਇਆ ਸੀਗਾ ਐਸਜੀਪੀਸੀ ਦਾ, ਉਹ ਵੀ ਤਾਂ ਇੱਕ ਡੇਰਾ ਹੀ ਚਲਾਉਂਦੇ ਸੀ ਨਾ। ਇਹ ਡੇਰੇ ਕਿਉਂ ਬਣੇ ਨੇ? ਉਹ ਸਾਰੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਮੰਨਦੇ ਨੇ, ਸੰਤ ਵੀ ਮੰਨਦੇ ਆ, ਸਾਧ ਵੀ ਮੰਨਦੇ ਆ ਅਤੇ ਸਿੱਖ ਵੀ ਮੰਨਦੇ ਆ, ਤਾਂ ਫਿਰ ਵੱਖਰੇ ਡੇਰੇ ਕਿਉਂ ਬਣੇ? ਇਹੀ ਕਾਰਨ ਕਿ ਐਸਜੀਪੀਸੀ ਆਪਣਾ ਫਰਜ਼ ਪੂਰਾ ਨਹੀਂ ਕਰ ਸਕੀ, ਜਿਹੜਾ ਕਿ ਪੁਰਾਣੇ ਜ਼ਮਾਨੇ ਵਿੱਚ ਸਿੱਖ ਸੋਚ ਰੱਖਣ ਵਾਲੇ ਲੋਕਾਂ ਨੂੰ, ਲੜਕਿਆਂ ਨੂੰ ਜਿਹੜੇ ਇੰਟੈਲੀਜੈਂਟ ਹੁੰਦੇ ਸੀ, ਫਰੀ ਪੜ੍ਹਾਉਣਾ, ਐਜੂਕੇਸ਼ਨ ਦੇਣੀ, ਬਾਹਰ ਭੇਜਣਾ, ਸਿੱਖੀ ਦਾ ਪ੍ਰਚਾਰ ਕਰਨਾ। ਅਤੇ ਹੁਣ ਜਿਵੇਂ ਅਸੀਂ ਇਕੱਲਾ ਗੁਰਦੁਆਰਾ ਸਾਹਿਬ ਸਾਨੂੰ ਹੁੰਦਾ ਸਾਡਾ ਇੱਕ ਪ੍ਰਤੀਕ, ਅਸੀਂ ਮੱਥਾ ਟੇਕਦੇ ਜਾਂਦੇ ਹਾਂ, ਲੇਕਿਨ ਉਹ ਨਾਲ ਤਰਜੀਹ ਦਿੰਦੇ ਸੀ ਕਿ ਹੌਸਪੀਟਲ ਬਣਾਓ, ਨਾਲ ਤਰਜੀਹ ਦਿੰਦੇ ਸੀ ਕਿ ਅਸੀਂ ਅੱਛੇ ਐਜੂਕੇਸ਼ਨ ਅਦਾਰੇ ਬਣਾਈਏ। ਉੱਥੋਂ ਹਿੱਲ ਕੇ ਅਤੇ ਸਿਰਫ ਇਹ ਆ ਗਿਆ ਕਿ ਉਹ ਐਸਜੀਪੀਸੀ ਨੂੰ ਮੈਂ ਸਮਝਦੀ ਹਾਂ ਕਿ 90% ਉਹ ਸਿਆਸੀ ਤੌਰ 'ਤੇ ਉਹਨੂੰ ਯੂਟੀਲਾਈਜ਼ ਕਰਨ ਲੱਗ ਗਏ, ਚੜ੍ਹਾਵੇ ਦੇ ਜਿਹੜੇ ਪੈਸੇ ਆ ਉਹਨਾਂ ਨੂੰ ਮਿਸਯੂਜ਼ ਕਰਨ ਲੱਗ ਗਏ, ਉੱਥੇ ਲੈ ਕੇ ਆ ਗਏ ਹੈ। ਲੇਕਿਨ ਡਿਵੈਲਪਮੈਂਟ ਦਾ ਕੰਮ ਸੋਚਿਆ ਨਹੀਂ। ਕਿਹਨੇ ਸੋਚਿਆ? ਪ੍ਰਤਾਪ ਸਿੰਘ ਕੈਰੋਂ ਨੇ ਐਗਰੀਕਲਚਰ ਯੂਨੀਵਰਸਿਟੀ ਬਣਾਈ, ਭਾਖੜਾ ਡੈਮ ਬਣਾਇਆ। ਕਿਸ ਤਰੀਕੇ ਨਾਲ? ਕੀ ਲੱਗਦਾ ਹੈ, ਮੈਂ ਕਾਂਗਰਸ ਦੀ ਗੱਲ ਕੀਤੀ ਹੈ 2022 ਦੀ ਚੋਣਾਂ ਦੇ ਵਿੱਚ ਬੀਜੇਪੀ 'ਤੇ ਰਹਿ ਗਈ ਗੱਲ। ਬੀਜੇਪੀ ਹੈ ਜਿਹੜੀ, ਇਹ ਬੀਜੇਪੀ ਨੇ ਜਦੋਂ ਇਲੈਕਸ਼ਨ ਹੁੰਦੀ ਸੀ, ਭਗਵਾਨ ਰਾਮ ਜੀ ਦਾ ਉਹ ਲੈ ਕੇ ਨਿਕਲ ਜਾਂਦੇ, ਆਪਣਾ ਉਹ ਰੱਥ ਬਣਾ ਕੇ ਯਾਤਰਾ ਕਰਦੇ ਆ ਕੇ, ਲੋਕਾਂ ਨੂੰ ਕਾਸਟਿਜ਼ਮ ਉੱਪਰ ਡਿਵੀਜ਼ਨ ਕੀਤੀ ਜਿਹੜੀ ਸਿਆਸੀ ਸੋਚ ਦੇ ਲੋਕਾਂ ਨੇ ਕਿ ਇੱਧਰ ਆਓ, ਮਾਇਆਵਤੀ ਜੀ ਕਹਿੰਦੇ ਦਲਿਤ ਇੱਧਰ ਆਓ, ਸਾਡੀ ਪਾਰਟੀ ਤੋਂ ਕੋਈ ਮੁਸਲਮਾਨ ਕਹਿੰਦਾ ਇੱਧਰ ਆਓ। ਸਾਡੀ ਪਾਰਟੀ ਸੈਕੂਲਰ ਸੋਚ, ਸਾਡਾ ਸੰਵਿਧਾਨ ਸੈਕੂਲਰ ਹੈ। ਜੇ ਸੈਕੂਲਰ ਹੀ ਨਹੀਂ ਅਸੀਂ ਹੈਗੇ ਤਾਂ ਸਾਨੂੰ ਪਾਰਟੀ ਦੇ ਉੱਤੇ ਮੰਨੂਗਾ ਕੌਣ ਆ ਕੇ? ਇਸੇ ਤਰ੍ਹਾਂ ਨਾਲ ਹੁਣ ਜਿਵੇਂ ਆਪ ਬਣੀ ਹੈਗੀ ਹੈ, ਆਪ ਵਾਲਿਆਂ ਨੇ ਸੋਚਿਆ ਇਹ ਸੀਗਾ ਕਿ ਸਾਰੇ ਇਹਨਾਂ ਵਿੱਚ ਆਮ ਆਦਮੀ ਜਿਹੜੇ ਕਹਿੰਦੇ ਗਰੀਬ ਅਮੀਰ ਛੋਟੇ ਵੱਡੇ ਜਿਨ੍ਹਾਂ ਨੂੰ ਐ ਸਾਡੀ ਕੋਈ ਹੈ ਨਹੀਂ ਪਹਿਚਾਣ, ਉਹ ਵਿੱਚ ਆ ਕੇ ਉਹੋ ਜਿਹਾ ਲੋਕਾਂ ਦਾ ਰਾਜ, ਕਿਉਂਕਿ ਲੋਕ ਜ਼ਿਆਦਾ ਉਹੋ ਜਿਹੇ ਸੀਗੇ। ਲੇਕਿਨ ਉਹਦੇ ਵਿੱਚ ਵੀ ਜੇ ਆਪਾਂ ਸੋਚੀਏ ਕਿ ਇਹ ਕਿੱਥੋਂ ਮੁੱਢ ਵੱਜਿਆ, ਕੇਜਰੀਵਾਲ ਜੀ ਨੇ ਅੰਨਾ ਹਜ਼ਾਰੇ ਦਾ ਜਿਹੜਾ ਉੱਥੇ ਕੀਤਾ ਸੀ ਦਿੱਲੀ, ਉੱਥੋਂ ਮੁੱਢ ਵੱਜਿਆ ਨਾ। ਉੱਥੇ ਕੇਜਰੀਵਾਲ ਜੀ ਨੇ ਅਗਵਾਈ ਕੀਤੀ ਸੀ, ਲੇਕਿਨ ਨਾਲ ਉੱਥੇ ਇੱਕ ਪਲੱਜ ਲਿਆ ਸੀਗਾ ਕਿ ਮੈਂ ਸਿਆਸਤ ਵਿੱਚ ਨਹੀਂ ਆਊਂਗਾ, ਮੈਂ ਕੋਠੀ ਨਹੀਂ ਲਊਂਗਾ, ਮੈਂ ਕਾਰ ਨਹੀਂ ਲਊਂਗਾ, ਮੈਂ ਆਹ ਨਹੀਂ ਕਰੂੰਗਾ, ਮੈਂ ਉਹ ਨਹੀਂ ਕਰੂੰਗਾ, ਮੈਂ ਹੈਲੀਕਾਪਟਰ ਨਹੀਂ ਚੜੂੰਗਾ। ਉਹ ਸਾਰਾ ਕੁਛ ਉਲਟ ਹੋਇਆ। ਉਹ ਚੀਜ਼ਾਂ ਤਾਂ ਆ ਗਈਆਂ, ਪਰ ਅੰਨਾ ਹਜ਼ਾਰੇ ਜਿਹਦੇ ਕਰਕੇ ਸਾਰਾ ਕੁਛ ਉਹ ਕਿਤੇ ਨਜ਼ਰ ਨਹੀਂ ਆਇਆ। ਇਸ ਕਰਕੇ ਜਿਹੜੀ ਹੈਗੀ ਹੈ ਇਹ ਵੀ, ਆਹ ਬਿਜਲੀ ਦੇ ਬਿੱਲ ਮਾफ़ ਕਰ ਦਿਓ, ਉਹ ਉੱਥੇ ਨਾ ਕਰੋ ਮਾफ़, ਆਹ ਅਸੀਂ ਇੱਥੇ ਇਹ ਕੀਤਾ। ਇਹ ਇੱਕ ਲੁਭਾਉਣ ਵਾਲੀਆਂ, ਲਾਲਚ ਵਾਲੀਆਂ ਬੁਰਕੀਆਂ ਸਿੱਟਦੇ ਆ ਸਾਡੇ ਲੋਕਾਂ ਨੂੰ, ਜਿਹਦੇ ਨਾਲ ਮੈਂ ਸਮਝਦੀ ਹਾਂ ਕਿ ਸਾਡੀ ਸਾਈਕੋਲੋਜੀ ਨੂੰ ਇੰਨਾ ਨਾ ਕਮਜ਼ੋਰ ਸਮਝੋ ਕਿ ਅਸੀਂ ਬੁਰਕੀਆਂ ਮਗਰ ਸਾਡੇ ਲੋਕ ਪੈਣ ਵਾਲੇ। ਸਾਡੇ ਲੋਕ ਬਹੁਤ ਬਹਾਦਰ ਹੈ, ਭੁੱਖੇ ਰਹਿ ਕੇ, ਸਾਡੇ ਤਾਂ ਅਰਦਾਸਾਂ ਦੇ ਵਿੱਚ ਆਉਂਦਾ ਕਿ ਭੁੱਖੇ ਪਿਆਸੇ ਰਹਿ ਕੇ ਵੀ ਇਹਨਾਂ ਨੇ ਕੁਰਬਾਨੀਆਂ ਕੀਤੀਆਂ। ਉਸ ਪਾਸੇ ਵੱਲ ਹੈ ਇਹ ਹੈਗਾ। ਕਾਂਗਰਸ ਦੀ ਆਈਡੀਓਲੋਜੀ ਵਧੀਆ, ਕਾਂਗਰਸ ਤੋਂ ਕੁਛ ਗਲਤੀਆਂ ਜ਼ਰੂਰ ਹੋਈਆਂ ਹੈਗੀਆਂ, ਮੈਂ ਸਮਝਦੀ ਹਾਂ, ਅਤੇ ਲੇਕਿਨ ਆਈਡੀਓਲੋਜੀ ਮਾੜੀ ਨਹੀਂ ਹੈ ਸਾਡੀ। ਇਹਨਾਂ ਪਾਰਟੀਆਂ ਦੀ ਆਈਡੀਓਲੋਜੀ ਵੀ ਮਾੜੀ ਹੈ ਅਤੇ ਕਈ ਵਾਰੀ ਸੋਚ ਦੇ ਵਿੱਚ ਲੋਕ ਵੀ ਮਾੜੇ, ਤਾਂ ਹੀ ਅੱਜ ਸਾਰਾ ਸਾਸੀਕਰਨ ਹੋਇਆ। ਬਿਊਰੋਕਰੇਸੀ ਨੂੰ ਕਿਸ ਤਰੀਕੇ ਨਾਲ ਉਹਨੂੰ ਤੁਸੀਂ ਆਪਣਾ ਪੋਲੀਟੀਕਲਾਈਜ਼ ਕਰਕੇ ਵਰਤਦੇ ਹੋ। ਥਾਣਿਆਂ ਦੇ ਵਿੱਚ ਅਕਾਲੀ ਦਲ ਦੇ ਸਮੇਂ 'ਚ ਹੁੰਦਾ, ਆ ਫਲਾਨਾ ਜਥੇਦਾਰ ਹੈ, ਥਾਣੇਦਾਰ ਆ, ਤੂੰ ਨਾਂ ਦਾ ਹੀ ਥਾਣੇਦਾਰ ਹੈ, ਕੰਮ ਇਹ ਕਰੂਗਾ। ਦਿਸ ਇਜ਼ ਨਾਟ ਫੇਅਰ। ਇਹ ਔਰ ਫਿਰ ਅਫਸਰਾਂ ਦਾ ਕੀ ਹੁੰਦਾ? ਅਫਸਰ ਕਾਂਗਰਸ ਦੇ ਟਾਈਮ ਵਿੱਚ ਇਹ ਚੀਜ਼ਾਂ ਨਾ ਹੋ, ਕਿਸੇ ਅਕਾਲੀ ਟਾਈਮ ਵਿੱਚ। ਦੇਖੋ ਮੈਂ ਇਹੀ ਗੱਲ ਕਹਿ ਰਹੀ ਹਾਂ ਕਿ ਇੱਕ ਤਾਂ ਮੈਂ ਜੋ ਦੇਖਿਆ ਗਿਆਨੀ ਜੀ ਦੇ ਸਮੇਂ 'ਚ ਦੇਖਿਆ, ਈਵਨ ਮੈਂ ਟਿਲ ਬੇਅੰਤ ਸਿੰਘ ਜੀ ਤੱਕ ਵੀ ਦੇਖਿਆ। ਅੱਛਾ, ਮੈਨੂੰ ਤਾਂ ਮਹੀਨੇ ਹੀ 4-5 ਮਿਲੇ ਸੀਗੇ। ਉਸ ਤੋਂ ਸਮੇਂ ਦੇ ਵਿੱਚ ਇੱਕ ਤਾਂ ਇਹ ਕਿ ਬਿਊਰੋਕਰੇਸੀ ਨੂੰ ਸਿਆਸੀ ਤੌਰ 'ਤੇ ਨਹੀਂ ਸੀ ਲਿਆ ਜਾਂਦਾ, ਕਿਤੇ ਉਨੀ ਕੀ ਕੋਈ ਖਾਸ ਰਿਸ਼ਤੇਦਾਰ। ਮੈਂ ਉਹਦੀ ਮਿਸਾਲ ਹਾਂ ਕਿ ਮੇਰੀ ਸੁਖਦੇਵ ਸਿੰਘ ਢੀਂਡਸੇ ਨਾਲ ਇਲੈਕਸ਼ਨ ਲੜੀ ਸੀ ਮੈਂ, ਅਤੇ ਸਾਰੇ ਮੈਨੂੰ ਕਹਿਣ ਤੁਸੀਂ ਬਣ ਗਏ ਹੋ ਅਤੇ ਇਹਦੇ ਜਵਾਈ ਨੂੰ ਟੰਗ ਦਿਓ ਕਿਤੇ ਆ ਕੇ। ਮੈਂ ਉਹਨੂੰ ਸਿਆਸੀਕਰਨ 'ਚ ਨਹੀਂ ਲਿਆ, ਮੈਂ ਆਖਿਆ ਕਿ ਅਫਸਰ ਹੈ। ਮੈਂ ਉਹਨਾਂ ਨੂੰ ਬੁਲਾ ਕੇ ਪੁੱਛਿਆ, ਦੱਸੋ ਸੁਖਦੇਵ ਕਿੱਥੇ ਤੁਹਾਡਾ ਆਪਣਾ ਸਰਨੇਵਾਲਾ ਜਾਣਾ ਚਾਹੁੰਦੇ, ਮੈਂ ਬਦਲੀ ਕਰਾਂ। ਮੇਰਾ ਤਾਂ ਓਪੋਨੈਂਟ ਸੀ ਸੁਖਦੇਵ ਸਿੰਘ ਢੀਂਡਸਾ, ਲੇਕਿਨ ਮੈਂ ਉਸ ਪਾਸੇ ਨਹੀਂ ਲੈ ਕੇ ਗਈ। ਇਹ ਗੱਲਾਂ ਮੁੱਕ ਗਈਆਂ। ਅੱਗੇ ਇੱਕ ਦੂਜੇ ਦੀਆਂ ਪੱਗਾਂ ਨਹੀਂ ਸੀ ਲਾਉਂਦੇ। ਹਰ ਬੰਦਾ, ਹਰ ਲੀਡਰ ਸਮਝਦਾ ਸੀ ਕਿ ਠੀਕ ਅੱਜ ਮੈਨੂੰ ਮੌਕਾ ਮਿਲਿਆ, ਮੈਂ ਸਰਕਾਰ ਚਲਾਵਾਂ, ਮੈਂ ਅੱਛਾ ਕੰਮ ਕਰਾਂ। ਔਰ ਓਪੋਜੀਸ਼ਨ ਇਹ ਸੋਚਦੀ ਸੀਗੀ ਕਿ ਸਰਕਾਰ ਦਾ ਕਿਹੜਾ ਕਦਮ ਗਲਤ ਜਾ ਰਿਹਾ, ਜਿਹੜਾ ਫਾਈਨੈਂਸ 'ਤੇ ਅਸਰ ਪਾ ਰਿਹਾ ਜਾਂ ਲੋਕਾਂ ਦਾ ਨੁਕਸਾਨ ਹੋ ਰਿਹਾ, ਉਹ ਪੁਆਇੰਟ ਆਉਂਦੇ ਸੀਗੇ। ਅੱਜ ਉਹ ਚੀਜ਼ ਖਤਮ। ਅੱਜ ਤਾਂ ਅਸੀਂ ਗਲੀਆਂ ਦੇ ਵਿੱਚ ਜਿਵੇਂ ਮਿਹਣਾ ਅਤੇ ਤਾਣਾ, ਇੱਕ ਗਲੀ ਦੀ ਹੁੰਦੀ ਹੈ ਨਾ ਲੜਾਈ, ਉਹ ਬਣਾਉਂਦੇ ਹਾਂ। ਉਹਦੇ 'ਤੇ ਅਸੀਂ ਅਟੈਂਸ਼ਨਲੀ
ਕਿ ਮੈਂ ਇਹਨੂੰ ਡਾਊਨ ਕਰਨਾ, ਸੱਜਾ ਹੋਵੇ ਖੱਬਾ ਹੋਵੇ ਪਾਸਾ ਲੈ ਡਾਊਨ ਕਰਨਾ। ਕਿਸੇ ਚੰਗੇ ਕੰਮਾਂ ਦੀ ਐਪਰੀਸੀਏਸ਼ਨ ਕਰਨਾ, ਜਿੱਥੇ ਗਲਤ ਕੀਤਾ ਪੂਰਾ ਕ੍ਰਿਟਿਸਿਜ਼ਮ ਕਰੋ। ਔਰ ਸਰਕਾਰ ਜਵਾਬਦੇਹ ਹੁੰਦੀ ਸੀ। ਹੁਣ ਸਰਕਾਰ 4 ਦਿਨ ਦਾ ਸੈਸ਼ਨ ਲਾਉਂਦੀ ਹੈ, ਭੱਜ ਜਾਂਦੀ, ਸੁਣਦੀ ਨਹੀਂ ਹੈ ਇਸ ਤਰ੍ਹਾਂ ਦੀ ਗੱਲ। ਇੱਕ ਦਿਨ ਦਾ ਸੈਸ਼ਨ ਹੀ ਹੈ। ਮੈਂ ਇਹ ਕਹਿ ਰਹੀ ਹਾਂ ਨਾ, ਚਲੋ ਹੁਣ ਤਾਂ ਇੱਕ ਵੱਖਰੇ ਇਸ਼ੂ ਤੇ ਹੈ, ਹੁਣ ਤਾਂ ਇੱਕ ਇਹਨੂੰ ਨਹੀਂ ਇਸ ਨਾਲ ਲੜਾਇਆ ਜਾ ਸਕਦਾ। ਇੱਕ ਇਹ ਹੁੰਦੇ ਰੂਟੀਨ ਦੇ ਇਸ਼ੂ ਕਿ ਸਾਲ 'ਚ ਕਿੰਨੇ ਕਰਨੇ ਹੁੰਦੇ ਆ, ਉਹ ਇੱਕ ਮਹੀਨੇ ਦਾ ਹੁੰਦਾ, 15 ਦਾ, 20 ਦਿਨ ਦਾ, ਉਹ ਫਾਈਨੈਂਸ਼ੀਅਲ ਸੈਸ਼ਨ ਹੈ, ਉਹ ਸਮਰ ਦਾ ਹੈ, ਉਹ ਵਿੰਟਰ ਦਾ, ਉਹ ਹੁੰਦਾ। ਇਹ ਤਾਂ ਹੈ, ਇਹ ਤਾਂ ਬਹੁਤ ਇੰਪੋਰਟੈਂਟ ਹੈ। 2 ਵੱਡੀਆਂ ਗੱਲਾਂ ਵਾਸਤੇ ਰੱਖਿਆ ਗਿਆ, ਜਿਹਦੇ ਵਾਸਤੇ ਹੀ ਚਾਹੀਦਾ ਸੀਗਾ। ਸਾਡੇ ਜਿਹੜਾ BSF ਦੀ ਐਂਟਰੀ ਹੈ, ਅਤੇ ਸਾਡੇ 3 ਕਾਲੇ ਕਾਨੂੰਨਾਂ ਵਾਸਤੇ ਹੈਗਾ, ਤਾਂ ਇਸ ਤਰ੍ਹਾਂ ਹੀ ਹੁੰਦਾ। BSF ਦੀ ਗੱਲ ਹੋਈ ਹੈ, ਖੇਤੀ ਕਾਨੂੰਨ ਦੀ ਗੱਲ ਹੋਈ ਹੈ, ਇਹਦੇ ਦੋਨਾਂ ਤੋਂ 2 ਸਵਾਲ ਇਕੱਠੇ ਪੁੱਛ ਰਹੀ ਆ। ਜਿੱਥੇ ਸਰਕਾਰ, ਚਾਹੇ ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਵੇ, ਚਾਹੇ ਕਾਂਗਰਸ ਸਰਕਾਰ ਦੀ, ਲਗਾਤਾਰ ਵਿਰੋਧ ਹੈ। ਔਰ ਮਤਾ ਵੀ ਹੁਣ ਆਲ ਪਾਰਟੀ ਮੀਟਿੰਗ ਵਿੱਚ ਪਾਸ ਕੀਤਾ ਗਿਆ ਅਤੇ ਹੁਣ ਸੈਸ਼ਨ ਵੀ ਸਪੈਸ਼ਲ ਬੁਲਾਇਆ ਜਾ ਰਿਹਾ ਹੈ। ਉੱਥੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਇਸ ਦੀ ਹਿਮਾਇਤ ਕਰ ਰਹੇ ਨੇ। ਕੀ ਲੱਗਦਾ ਤੁਹਾਨੂੰ, ਕਿਉਂਕਿ ਇਹ ਮੁੱਦਾ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ? ਦੇਖੋ, ਇਹ ਬਹੁਤ ਅਨਫਾਰਚੂਨੇਟ ਹੈ। ਮੈਂ ਪਹਿਲਾਂ ਵੀ ਕਿਹਾ, ਹੁਣ ਵੀ ਹੋਇਆ ਕਿ ਇਹ ਮੇਰੀ ਸਮਝ ਤੋਂ ਖੁਦ ਬਾਹਰ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਦੇ ਮਸ਼ਹੂਰ ਸੀ ਗੱਲ ਕਿ ਪੰਜਾਬ ਦੇ, ਜਿਵੇਂ ਪਹਿਲਾਂ ਪਿਛਲੇ ਸਮੇਂ 'ਚ ਸਾਡੀ ਕਾਂਗਰਸ ਸਰਕਾਰ ਨੇ ਪ੍ਰਚਾਰ ਹੀ ਇਹੀ ਕੀਤਾ ਸੀ, ਪਾਣੀਆਂ ਦੇ ਰਾਖੇ ਇਹਨਾਂ ਨੂੰ ਕਿਹਾ ਸੀਗਾ। ਔਰ ਇਹਨਾਂ ਦੀ ਜਦੋਂ ਉਸ ਤੋਂ ਵੀ ਪਹਿਲਾਂ ਜਿਹੜੀ ਗੱਲ ਸੀਗੀ, ਜਿਹਦੇ ਵਿੱਚ ਇਹ ਕਹਿੰਦੇ ਸੀਗੇ ਸਾਡੇ ਪੰਜਾਬ ਵੱਧ ਅਧਿਕਾਰ ਪੰਜਾਬ ਨੂੰ ਦੇਣੇ ਚਾਹੀਦੇ ਹੈ, ਇਹਦੇ ਮਦਈ ਰਹੇ ਆ ਕੈਪਟਨ ਅਮਰਿੰਦਰ ਸਿੰਘ। ਅੱਜ ਯੂ ਟਰਨ ਇੱਕਦਮ ਕਿਉਂ ਲੈ ਲਿਆ, ਤੇ ਸਾਰੇ ਹੈਰਾਨ ਨੇ। ਔਰ ਅਜੇ ਸੋਚ ਰਹੇ ਵੀ ਕਾਰਨ ਕੀ ਹੋਇਆ, ਕਿ ਇਹ ਤਾਂ ਮੁੱਦੇ ਹੀ ਇਹਨਾਂ ਦੇ ਸੀਗੇ, ਸਾਡੇ ਵੱਧ ਅਧਿਕਾਰ ਹੋਣ, ਸਾਡੀ ਸਟੇਟ 'ਚ ਇੰਟਰਫੀਅਰੈਂਸ ਨਾ ਹੋਵੇ, ਸਾਡਾ ਪੰਜਾਬ ਵੱਡਾ ਹੋਵੇ, ਅਤੇ ਅਸੀਂ ਇੱਥੇ ਬਚਾਈਏ ਦੇਖ ਕੇ ਆ ਕੇ। ਅਤੇ ਇਹ ਸਾਰੀਆਂ ਚੀਜ਼ਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਦਾ ਜੋ ਰੋਲ, ਮੈਂ ਸਮਝਦੀ ਹਾਂ ਕਿ ਮੈਂ ਤਾਂ ਅੱਗੇ ਵੀ ਰਹਿ ਦਿੱਤੀ ਹੈ, ਹੁਣ ਵੀ ਕਹਿੰਦੀ ਹਾਂ ਕਿ ਅਗਰ ਕਿਸੇ ਗੁੱਸੇ ਦੇ ਤਹਿਤ ਆ ਕੇ, ਅੱਜ ਕਿਸੇ ਨਾਰਾਜ਼ਗੀ ਦੇ ਤਹਿਤ ਆ ਕੇ ਲੈਂਦੇ ਨੇ, ਤਾਂ ਇਹ ਸੁਇਸਾਈਡਲ ਸਟੈਪ ਹੋਊਗਾ। ਲੇਕਿਨ ਉਹ ਕਹਿ ਰਹੇ ਨੇ ਕਿ ਮੈਂ ਤਾਂ ਪਹਿਲਾਂ ਤੋਂ ਹੀ ਕਹਿ ਰਿਹਾ ਕਿ ਪੰਜਾਬ ਦੀ ਡਰੋਨਸ, ਟਿਫਿਨ ਬੰਬਸ ਦੀ ਅਗਰ ਗੱਲ ਕੀਤੀ ਜਾਵੇ ਕਿ ਸੁਰੱਖਿਆ ਹੈ, ਨੈਸ਼ਨਲ ਸਿਕਿਉਰਿਟੀ ਹੈ, ਉਹ ਵੀ ਬਾਰ-ਬਾਰ ਇਹ ਗੱਲ ਕਹਿ ਰਹੇ ਨੇ। ਦੇਖੋ, ਇਹ ਜਦੋਂ ਗੱਲ ਕਹਿ ਰਹੇ ਨੇ, ਇਟ ਮੀਨਸ ਕਿ ਇਹਨਾਂ ਦੀ ਸਰਕਾਰ ਸੀ, 4.5 ਸਾਲ ਇਹ ਹੋਮ ਮਿਨਿਸਟਰ ਸੀਗੇ, ਅਤੇ 4.5 ਸਾਲ ਤੋਂ ਪੂਰੀ ਸਰਕਾਰ ਵੀ ਇਹਨਾਂ ਕੋਲ ਸੀ। ਉਸ ਵਕਤ ਨਹੀਂ ਸੀ ਖਤਰੇ, ਜੇ ਉਸ ਵਕਤ ਖਤਰੇ ਨਹੀਂ ਸੀ ਤਾਂ ਫਿਰ ਉਦੋਂ ਪਹਿਲਾਂ ਹੀ ਕਿਉਂ ਨਹੀਂ ਲਿਆਏ? ਜੇ ਇਹਨਾਂ ਨੂੰ ਲੱਗਦਾ ਹੈ ਸਾਰਾ ਕੁਛ ਕਿੱਥੋਂ ਕੀ ਹੋਇਆ, ਜਿਵੇਂ ਮੈਂ ਅੱਗੇ ਵੀ ਕਿਹਾ ਕਈ ਵਾਰੀ, ਕਿ ਜੇ ਕੋਈ ਇਹੋ ਜਿਹੀ ਚੀਜ਼ ਇਹਨਾਂ ਦੇ ਦਿਲ ਦਿਮਾਗ 'ਚ ਹੈ, ਕਈ ਵਾਰੀ ਇਨਸਾਨ ਆਪ ਠੀਕ ਹੁੰਦਾ ਹੈ, ਲੇਕਿਨ ਉਹਦੇ ਨਾਲ ਬੈਠਣ ਉੱਠਣ ਵਾਲੇ ਕਈ ਵਾਰੀ ਇਹੋ ਜਿਹੀ ਗਲਤ ਕਰ ਜਾਂਦੇ ਨੇ। ਮੈਂ ਅੱਗੇ ਵੀ ਕਿਹਾ ਵੀ ਜੇ ਕੋਈ ਇਹੋ ਜਿਹੀ ਗੱਲ ਇਹਨਾਂ ਨੂੰ ਲੱਗਦੀ ਹੈ ਕੈਪਟਨ ਸਾਹਿਬ ਨੂੰ, ਕਿ ਸਾਡੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਕੋਈ ਬੰਦੇ ਮਿਸਯੂਜ਼ ਕਰਕੇ ਸਾਡੀ ਜਿਹੜੀ ਸੀਕ੍ਰੇਸੀ ਸਰਕਾਰ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਇਨਵੋਲਵਮੈਂਟ ਹੋ ਕੇ ਸਾਡੀ ਕੋਈ ਚੀਜ਼ ਬਾਹਰ ਚਲੀ ਗਈ, ਜਿਹਦੇ ਕਰਕੇ ਉਹ ਡਰੋਨ ਆ ਰਹੇ ਨੇ, ਡਰੋਨ ਦੇ ਨਾਲ ਸਾਡੀਆਂ ਆਪਣੇ ਹਥਿਆਰ ਆਏ ਨੇ, ਇਹ ਤਾਂ ਅੱਜ ਦੀ ਗੱਲ ਤਾਂ ਨਹੀਂ। ਅੱਤਵਾਦ ਤੋਂ ਮਾੜਾ ਸਮਾਂ ਤਾਂ ਹੈ ਨਹੀਂ। ਅੱਤਵਾਦ ਦੇ ਮਾੜੇ ਸਮੇਂ ਵਿੱਚ ਵੀ ਕਿਹਨੇ ਰੋਕਿਆ ਸੀ? ਸਾਡੀ ਪੰਜਾਬ ਦੀ ਪੁਲਿਸ ਨੇ ਰੋਕੇ ਸੀ ਸਾਰੇ। ਅਤੇ ਅੱਜ ਕੈਪਟਨ ਸਾਹਿਬ ਨੂੰ ਤਾਂ ਸਮਝਦੇ ਕਿ ਸਾਡੀ ਪੰਜਾਬ ਦੀ ਪੁਲਿਸ ਬਹੁਤ ਅੱਛੀ ਹੈ, ਇਹਨਾਂ ਸਮਾਂ 'ਚ ਅੱਛੀ ਵੀ ਕਰਦੀ ਰਹੀ ਹੈ, ਅਤੇ ਹੁਣੇ ਤਾਂ ਨਹੀਂ ਇਹ 3 ਮਹੀਨੇ 'ਚੋਂ ਵਿਗੜੀ, ਹੁਣੇ ਤਾਂ ਨਹੀਂ 4 ਮਹੀਨੇ ਤੋਂ ਖਤਰਾ ਹੋਣ ਲੱਗਿਆ ਹੈਗਾ ਆ ਕੇ। ਸੋ ਇਸ ਕਾਰਨ ਕਰਕੇ ਮੈਂ ਸਮਝਦੀ ਹਾਂ ਕਿ ਇਹ ਸਿਆਸਤ ਵਿੱਚ ਕੋਈ ਅਹੁਦੇ ਆਉਣੇ ਜਾਂ ਚਲੇ ਜਾਣੇ, ਇਹ ਬਹੁਤ ਛੋਟੀਆਂ ਚੀਜ਼ਾਂ ਹੁੰਦੀਆਂ। ਇਨਸਾਨ ਦੀ ਇੱਕ ਪਰਸਨੈਲਿਟੀ ਜਿਹੜੀ ਬਣੀ ਹੁੰਦੀ ਹੈ, ਬਿਲਡਅਪ ਹੋਈ ਹੁੰਦੀ ਹੈ, ਥਾਟਸ, ਸੋਚ ਹੁੰਦੀ ਹੈ, ਉਹ ਹੁੰਦੀ ਹੈ ਜਿਹੜੀ ਇੱਕ ਹਿਸਟਰੀ ਹੁੰਦੀ ਹੈ। ਅਤੇ ਇਸੇ ਤਰ੍ਹਾਂ ਨਾਲ ਜਿਵੇਂ ਇਹਨਾਂ ਦਾ ਹੈ ਕਿ ਮੈਂ ਫੌਜ ਦੀ ਮੇਰੀ ਬੈਕਗਰਾਊਂਡ ਹੈ, ਫੌਜ 'ਚੋਂ ਆਇਆ, ਔਰ ਬਾਕੀ ਅੱਛੀ ਗੱਲ ਹੈ ਵੀ ਰੀਅਲੀ ਫੀਲ ਪ੍ਰਾਊਡ ਕਿ ਸਾਡੇ ਫੌਜੀ ਮੇਰੇ ਤਾਂ ਆਪਣੇ ਮੇਰੇ ਪਤੀ ਦੇ ਤਾਇਆ ਜੀ ਜਨਰਲ ਬਲਵੰਤ ਸਿੰਘ ਸੀ, ਜਿਹੜੀ ਇਹਨਾਂ ਦੀ ਪਟਿਆਲਾ ਫੌਜ 'ਚ ਰਹੇ ਸੀ, ਜਿਨ੍ਹਾਂ ਨੂੰ ਇੱਕੋ ਹੀ ਅੰਗਰੇਜ਼ਾਂ ਨੇ ਕਿਸੇ ਨੂੰ ਇੰਡੀਅਨ ਵੁੱਡ ਦਾ ਖਿਤਾਬ ਨਹੀਂ ਸੀ ਦਿੱਤਾ, ਜਿਹੜੇ ਸਾਡੇ ਮੇਰੇ ਤਾਇਆ ਜੀ ਨੂੰ ਮਿਲਿਆ ਸੀਗਾ, ਇਹਨਾਂ ਦੀ ਪਟਿਆਲੇ ਫੌਜ ਸੀਗੇ। ਸੋ ਅੱਜ ਜਿਹੜੇ ਕੀ ਇਹ ਸਮਝਦੇ ਆ ਕਿ ਇਸ ਗੱਲ ਦਾ ਸੋਲੂਸ਼ਨ ਸਿਰਫ BSF ਦੀ ਹੱਦ ਵਧਾਉਣਾ ਹੈ, ਕਿ ਇਸ ਗੱਲ ਨੂੰ ਗਰੰਟੀ ਦੇ ਸਕਦੇ, ਲਿਖ ਕੇ ਦੇ ਸਕਦੇ ਨੇ ਕੋਈ ਵੀ, ਨਾਟ ਓਨਲੀ ਕੈਪਟਨ ਨੂੰ ਮੈਂ ਕਹਿ ਰਹੀ ਹਾਂ, ਕਿ ਕੋਈ ਵੀ ਜੇ ਭਾਰਤ ਗੌਰਮੈਂਟ ਆਫ ਇੰਡੀਆ, ਮੈਂ ਉਹਨਾਂ 'ਤੇ ਕਰ ਰਹੀ ਹਾਂ ਗੱਲ, ਜਿਹੜਾ ਸਟੈਪ ਇਹ ਗੌਰਮੈਂਟ ਆਫ ਇੰਡੀਆ ਨੇ ਲਿਆ ਹੈ, ਮੋਦੀ ਸਰਕਾਰ ਨੇ ਲਿਆ ਹੈ, ਕੀ ਉਹ ਇਹ ਲਿਖ ਕੇ ਦੇ ਸਕਦੇ ਆ, ਗਰੰਟੀ ਦੇ ਸਕਦੇ ਆ ਕਿ ਅਸੀਂ 50 ਕਿਲੋਮੀਟਰ ਕਰ ਲਈ ਅਤੇ ਹੁਣ ਕੋਈ ਖਤਰਾ ਨਹੀਂ ਹੈਗਾ? ਦੇ ਸਕਦੇ ਨੇ। ਅਤੇ ਇਹ ਕਿਉਂ 15 ਕਿਲੋਮੀਟਰ ਸੀ, ਅਤੇ ਅਸੀਂ ਕਿਵੇਂ ਅੱਤਵਾਦ ਖਤਮ ਕਰਕੇ ਕਿੰਨੇ ਸਾਲ ਹੋ ਗਏ, 15 ਸਾਲ ਹੋ ਗਏ ਇੱਥੇ, ਜਿਹੜਾ ਅਸੀਂ ਖਤਮ ਕੀਤਾ ਹੈਗਾ 92 'ਚ ਜੋ ਇਲੈਕਸ਼ਨਾਂ ਹੋਈਆਂ, 92 ਤੋਂ ਲੈ ਕੇ ਹੁਣ ਤੱਕ ਇਹੀ BSF ਸੀ, ਕਿਉਂਕਿ ਬਾਰਡਰ 'ਤੇ ਕੰਮ ਕਰਦੀ ਸੀ, ਇਹੀ ਸਾਡੀਆਂ ਬਾਰਡਰ ਦੀ ਲਿਮਿਟਸ ਹੈ, ਵਧਿਆ ਕਿਉਂ ਨਹੀਂ? ਅਤੇ ਅੱਗੇ 15 ਕਿਲੋਮੀਟਰ ਤੋਂ ਕੰਟਰੋਲ ਕਰ ਸਕਦਾ, 50 ਕਿਲੋਮੀਟਰ ਅੰਦਰ ਵੜ ਕੇ ਤੁਸੀਂ ਜਿਨ੍ਹਾਂ ਨੇ ਬਾਰਡਰ 'ਤੇ ਕੰਮ ਕਰਨਾ ਉਹਨਾਂ ਤੋਂ ਬਾਰਡਰ ਖਾਲੀ ਕਰਾ ਕੇ ਛਡਾ ਕੇ, ਕਿਉਂਕਿ ਇੰਨੀ ਮੈਨ ਪਾਵਰ ਤਾਂ ਉੱਥੇ ਮਿਲਣੀ ਨਹੀਂ, ਜੇ ਉਹੀ ਇੱਥੇ ਪੰਜਾਬ 'ਚ ਆ ਗਈ, ਇੱਕ ਨਵੇਂ ਕੰਪਲੀਕੇਸ਼ਨ ਛੇੜੋਗੇ, ਨਵੇਂ ਤੁਸੀਂ ਇਕੱਲੀ ਲਿਮਿਟ ਨਹੀਂ ਵਧਾਈ। ਮੋਦੀ ਦੀ ਸਰਕਾਰ ਨੇ, BJP ਦੀ ਨੇ ਇਕੱਲੀ ਲਿਮਿਟ ਨਹੀਂ ਵਧਾਈ, ਉਹਨਾਂ ਨੇ ਨਾਲ ਉਹਨਾਂ ਨੂੰ ਅਖਤਿਆਰਾਤ ਵੀ ਦਿੱਤੇ ਨੇ। ਇਟ ਮੀਨਸ ਕਿ ਫੌਜੀ ਰਾਜ ਹੋ ਗਿਆ ਆਪਣੇ ਪੰਜਾਬ ਦੇ ਵਿੱਚ। ਕੀ ਇਹ ਫੌਜੀ ਰਾਜ ਅਸੀਂ ਜਿੱਥੇ ਚਾਹੁੰਦੇ ਹਾਂ ਕਿ ਸਾਡੇ ਸਟੇਟਾਂ ਨੂੰ ਵੱਧ ਅਧਿਕਾਰ, ਸਾਡੇ ਸਟੇਟ ਹੋਣ,
ਇਸੇ ਕਰਕੇ ਅੱਜ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇਹਨੂੰ ਅਪੋਜ਼ ਕੀਤਾ ਹੈ। ਤੇ ਮੈਂ ਸਮਝਦਾ ਕੈਪਟਨ ਸਾਹਿਬ ਨੂੰ ਵੀ ਇੱਥੇ ਨਾਲ ਖੜ੍ਹ ਕੇ ਪੂਰਾ ਸਾਥ ਦੇਣਾ ਚਾਹੀਦਾ ਹੈ। ਆਪਣੇ ਪੰਜਾਬ ਦੀ ਜਿੱਥੋਂ ਇੰਨਾ ਕੁਛ ਅਸੀਂ ਅਹੁਦੇ ਬਣੇ, ਚੀਫ ਮਿਨਿਸਟਰ, ਪ੍ਰਧਾਨ, ਸਾਰਾ ਇੰਨੀਆਂ ਲੋਕਾਂ ਨੇ ਸਾਡੇ 'ਤੇ ਵਿਸ਼ਵਾਸ ਕੀਤਾ, ਵੋਟਾਂ ਪਾਈਆਂ, ਅਸੀਂ ਸਾਰਾ ਕੁਛ ਕੀਤਾ। ਉਹਨਾਂ ਲੋਕਾਂ ਦੇ ਅੱਜ ਸਾਨੂੰ ਵਕੀਲ ਬਣਨਾ ਚਾਹੀਦਾ ਹੈ, ਨਾ ਕਿ ਜਿਹੜਾ ਸਾਡੇ 'ਤੇ ਠੋਸਦੀ ਹੈ ਬੀਜੇਪੀ ਜਾਂ ਮੋਦੀ, ਉਹਨਾਂ ਨੂੰ ਦੱਸ ਕੇ ਕਿ ਅਸੀਂ ਉਹ ਠੀਕ ਨੇ। ਇਸ 'ਤੇ ਇੱਕ ਹਾਸੋਹੀਣੀ ਗੱਲ ਤਾਂ ਸਾਰੀ ਜਹਾਨ ਸਮਝ ਹੀ ਰਿਹਾ, ਅਤੇ ਹਰ ਰੋਜ਼ ਡਿਸਕਸ਼ਨ 'ਤੇ ਕ੍ਰਿਟਿਸਿਜ਼ਮ ਦੇਖਦੇ ਹੀ ਅਸੀਂ ਹੈਗੇ ਹਾਂ। ਪਰ ਇਹ ਗੱਲ ਦੀ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਆਈ ਵੀ ਕਿਉਂ ਕਿਹਾ ਜਾ ਰਿਹਾ ਹੈਗਾ, ਕਿਉਂਕਿ ਇਹ ਤਾਂ ਅਸੀਂ ਮਤਲਬ ਇਸ ਟੋਲਰੇਟ ਹੀ ਨਹੀਂ ਕਰਦੇ। ਅਸੀਂ ਤਾਂ ਚਾਹੁੰਦੇ ਹਾਂ ਪੰਜਾਬ, ਮੈਂ ਮਹਾਂ ਪੰਜਾਬ ਦੀ ਗੱਲ ਕੀਤੀ ਹੈ, ਅਤੇ ਹੁਣ ਅਸੀਂ ਫੌਜੀ ਹਵਾਲ ਕਰ ਦਿਆਂਗੇ ਆ ਕੇ, ਤਾਂ ਫਿਰ ਤਾਂ ਕਿਉਂਕਿ ਇਹਦੇ ਸਾਜ਼ਿਸ਼ ਇੱਕ ਗੌਰਮੈਂਟ ਆਫ ਇੰਡੀਆ ਦੀ, ਬੀਜੇਪੀ ਦੀ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਹਾਲਤ ਪਤਲੀ ਹੈ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਉਹਨਾਂ ਨੂੰ ਕਿਸਾਨਾਂ ਦੇ ਨਾਲ ਖਾਸ ਤੌਰ 'ਤੇ ਰੰਜਿਸ਼ ਹੈ, ਗੁੱਸਾ ਹੈ ਕਿ ਇੱਥੋਂ ਪੰਜਾਬ ਦੇ ਕਿਸਾਨਾਂ ਨੇ ਕੀਤਾ ਹੈ। ਉਹਨਾਂ ਦੀ ਬਹੁਤ ਵੱਡੀ ਬਲੰਡਰ ਅਤੇ ਭੁੱਲ 'ਤੇ ਇੱਕ ਜ਼ੁਲਮ ਹੈ ਕਿ ਉਹਨਾਂ ਨੇ ਇਹ ਸਾਰੇ ਖੇਤੀ ਕਾਨੂੰਨ ਧੱਕੇ ਨਾਲ ਲਾਗੂ ਕਰਨਾ ਚਾਹੁੰਦੇ ਆ। ਲਾਗੂ ਵੀ, ਔਰ ਕੱਲ੍ਹ ਜਿਸ ਤਰੀਕੇ ਦੇ ਨਾਲ ਅਗਰ ਲਖੀਮਪੁਰ ਖੇਰੀ ਦੀ ਗੱਲ ਕੀਤੀ ਜਾਵੇ, ਜਾਂ ਫਿਰ ਕੱਲ੍ਹ ਜਿਹੜੀ 3 ਬੀਬੀਆਂ, ਹਾਲਾਂਕਿ ਜੋ ਉਸਦਾ ਡਰਾਈਵਰ ਹੈ ਮਾਲਿਕ, ਉਸਨੇ ਆ ਕੇ ਬੋਲਿਆ ਕਿ ਰੋਜ਼ ਦਾ ਆਉਣਾ ਜਾਣਾ ਹੁੰਦਾ ਸੀ, ਕਿ ਇਸ ਤਰੀਕੇ ਦੇ ਨਾਲ ਘਟਨਾ, ਲੇਕਿਨ ਘਟਨਾ ਤਾਂ ਵਾਪਰੀ ਹੈ ਔਰ ਲਗਾਤਾਰ ਵਿਰੋਧ ਕਰ ਰਹੇ ਨੇ ਕਿਸਾਨ, ਲਗਾਤਾਰ ਡਟੇ ਹੋਏ ਨੇ, ਲੇਕਿਨ ਸਰਕਾਰ ਫਿਰ ਵੀ ਨਹੀਂ ਜਾਗ ਰਹੀ ਹੈ, ਕੇਂਦਰ ਸਰਕਾਰ। ਇਹ ਮੈਂ ਬਿਲਕੁਲ ਇਸ ਦੇ ਨਾਲ ਮੇਰਾ ਮਨ ਨਹੀਂ ਮੰਨ ਰਿਹਾ, ਮੈਂ ਸਹਿਮਤ ਨਹੀਂ ਹੋ ਰਹੀ, ਲੋਕ ਵੀ ਨਹੀਂ ਮੰਨ ਰਹੇ ਹੈਗੇ। ਜੇ ਕਹਿਣ ਕਿ ਨੈਚੁਰਲ ਹੈ, ਦਿਸ ਇਜ਼ ਨਾਟ ਨੈਚੁਰਲ। ਇਹ ਇੱਕ ਪਹਿਲਾਂ ਤਾਂ ਇਹਨਾਂ ਨੇ ਇੰਨਾ ਸਾਲ ਤੱਕ ਸਾਡੇ ਕਿਸਾਨਾਂ ਦਾ ਇਮਤਿਹਾਨ ਲਿਆ, ਭੁੱਖੇ ਪਿਆਸੇ ਔਰਤਾਂ, ਬੱਚੇ, ਬੁੜੀਆਂ ਉੱਤੇ ਬੈਠੇ ਆਪਦਾ ਹੱਕ ਲੈਣ ਲਈ, ਤਾਂ ਕਿ ਅਸੀਂ ਆਪਦੀ ਜ਼ਮੀਨ 'ਚ ਰੋਟੀ ਪੈਦਾ ਕਰਕੇ ਤੁਹਾਨੂੰ, ਤੁਹਾਡੇ ਬੱਚਿਆਂ ਨੂੰ ਖਵਾ ਸਕੀਏ, ਤੁਹਾਡੇ ਦੇਸ਼ ਨੂੰ ਖਵਾ ਸਕੀਏ। ਉਹਨਾਂ ਨੇ ਜ਼ੁਲਮ ਕੀਤਾ ਹੈ। ਫਿਰ ਇਹਨਾਂ ਨੇ ਇੱਕ ਇਹ ਨਜ਼ਰ ਆਉਂਦਾ ਹੈ, ਇਹ ਸ਼ੱਕ ਦੀ ਸੂਈ ਉੱਧਰ ਵੱਧਦੀ ਜਾ ਰਹੀ ਹੈ ਕਿ ਇਹ ਸਾਰਾ ਕੁਛ ਇਹਨਾਂ ਦਾ ਕੀਤਾ ਕਰਾਇਆ, ਚਾਹੇ ਉਹ ਲਖੀਮਪੁਰ ਵਿੱਚ ਹੋਇਆ, ਉੱਥੇ ਗੱਡੀਆਂ ਥੱਲੇ ਕੁਚਲਤੇ, ਇੱਥੇ ਟਰੱਕਾਂ ਥੱਲੇ ਕੁਚਲਤੇ, ਉਹ ਬੰਦਾ ਫੜਿਆ ਜਾਣਾ, ਉਹ ਬੰਦੇ ਨੇ ਮੰਨ ਲੈਣਾ, ਇਹ ਸਾਰਾ ਕੁਛ ਤਾਂ ਸਰਕਾਰ ਦੀ ਪਲਾਨ ਦਾ ਹਿੱਸਾ ਹੋ ਸਕਦਾ, ਗੌਰਮੈਂਟ ਆਫ ਇੰਡੀਆ ਜੀ ਦਾ। ਇਵੇਂ ਜਿਵੇਂ ਜਿਸ ਤਰ੍ਹਾਂ ਉਹ ਨਿਹੰਗਾਂ ਦੇ ਉੱਤੇ ਲਾ ਕੇ ਕਿ ਉੱਥੇ ਉਹ ਬੰਦਾ ਆ ਕੇ ਲੱਤਾਂ ਬਾਹਾਂ ਵੱਢ ਦੇਣੀਆਂ, ਅੱਗੇ ਤਾਂ ਕਦੇ ਨਹੀਂ ਹੋਇਆ, ਹੁਣ ਕਿਉਂ ਹੋਇਆ? ਇਹ ਇੰਨੇ ਫਿਜ਼ੀਕਲ ਹੋ ਗਏ ਨੇ। ਸਰਕਾਰ ਦੇ ਵਿੱਚ ਜਿਹੜੀ ਕੋਈ ਏਜੰਸੀ ਹੈ, ਸੋਚ ਹੈ ਜਿਹੜੀ ਲੈ ਕੇ ਚੱਲੀ, ਜਾਂ ਉਹਨਾਂ ਨੂੰ ਕੋਈ ਰਾਏ ਦੇਣ ਵਾਲਾ ਹੈ ਕਿ ਤੁਸੀਂ ਜੀ ਇੱਥੇ ਹੁਣ ਸਿੱਧਾ ਹੀ ਹੋ ਜਾਓ, ਇਹ ਸਿੱਧੇ ਤੌਰ 'ਤੇ ਮੈਂ ਸਮਝਦੀ ਹਾਂ ਕੁੱਟ ਕੇ, ਮਾਰ ਕੇ ਇਹਨਾਂ ਨੂੰ, ਲੋਕਾਂ ਨੂੰ ਭਜਾਉਣਾ ਚਾਹੁੰਦੇ ਨੇ, ਜਿਹੜੀ ਇਹਨਾਂ ਦੀ ਬਹੁਤ ਵੱਡੀ ਭੁੱਲ ਆ, ਬੜੀ ਮਹਿੰਗੀ ਪਊਗੀ, ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਨਾ ਲਿਖਿਆ ਜਾਊਗਾ। ਇਹ ਸਾਰੀਆਂ ਸਾਜ਼ਿਸ਼ਾਂ ਦੀ ਇਨਕੁਆਇਰੀ ਹੋ ਕੇ ਸਜ਼ਾ ਦਿੱਤੀ ਜਾਵੇ। ਔਰ ਜਿਹੜਾ ਬੰਦਾ ਵੀ ਅੱਜ ਕੋਈ ਇਹ ਗੱਲਾਂ ਜੇ ਇਹ ਸੋਚੇ ਕਿ ਜੇ ਤੁਹਾਡਾ ਨੈਚੁਰਲ ਹੋ ਗਿਆ, ਟਰੱਕ ਡਰਾਈਵਰ ਆ ਗਿਆ ਫਲਾਨਾ, ਜੇ ਉਹ 'ਤੇ ਕੋਈ ਮਾੜਾ ਮੋਟਾ ਉਹ ਪਾਉਣਾ ਚਾਹੁੰਦਾ ਨਾ, ਪਰਦਾ ਪਾਉਣਾ ਚਾਹੁੰਦਾ, ਲੋਕਾਂ ਨੇ ਉਸ ਇਨਸਾਨ ਨੂੰ ਵੀ ਮਾफ़ ਨਹੀਂ ਕਰਨਾ, ਚਾਹੇ ਕੋਈ ਪਾਰਟੀ ਹੋਵੇ, ਚਾਹੇ ਕੋਈ ਇੰਡੀਵਿਜੂਅਲ ਹੋਵੇ। ਜਿਹੜਾ ਅੱਜ ਬੀਜੇਪੀ ਦੀ ਬੋਲੀ, ਬੀਜੇਪੀ ਦੇ ਫੈਸਲੇ, ਬੀਜੇਪੀ ਦੇ ਨਾਲ ਜਿਵੇਂ ਕਹਿ ਕੇ ਵੀ ਆਹ ਹੈਗਾ ਫਲਾਨਾ ਹੋ ਗਿਆ, ਇਹ ਬਿਲਕੁਲ ਸਾਜ਼ਿਸ਼ ਦਾ ਹਿੱਸਾ ਹੈ। ਇਹ ਇਹਨਾਂ ਨੇ ਜਿਵੇਂ ਜਲ੍ਹਿਆਂਵਾਲਾ ਬਾਗ ਸਾਨੂੰ ਯਾਦ ਕਰਾਤਾ ਕਿ ਇਸ ਤਰ੍ਹਾਂ ਕਰਕੇ ਕੁੱਟ ਕੇ ਭਜਾ ਦਿਓ, ਮਾਰ ਕੇ ਭਜਾ ਦਿਓ। ਇੰਨੀ ਬੇਕਿਰਕੀ ਅਤੇ ਬੇਰਹਿਮੀ ਨਾਲ ਜਿਹੜੇ ਪਰਿਵਾਰ ਦੀਆਂ ਮਾਵਾਂ, ਬੱਚੀਆਂ, ਧੀਆਂ ਹੋਣਗੀਆਂ, ਅੱਜ ਕੀ ਬੀਤਦੀ ਹੋ ਉਸ ਪਰਿਵਾਰ ਦੇ ਉੱਤੇ। ਅਸੀਂ ਉਹਨਾਂ ਨੂੰ ਚਲੋ ਇਕੱਲਾ ਇਹੀ ਨਹੀਂ ਕਿ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਦਈਏ, ਕਰੀਏ, ਸਾਡੇ ਦਿਲ ਤੜਫ ਰਹੇ ਨੇ। ਅਤੇ ਇਹ ਸਰਕਾਰ ਜੇ ਇਹੋ ਜਿਹੇ ਕੰਮ ਕਰਦੀ ਰਹੀ, ਸਾਨੂੰ ਪਾਰਟੀਆਂ, ਇਲੈਕਸ਼ਨਾਂ ਭੁੱਲ ਕੇ ਸਾਨੂੰ ਇੱਕ ਯੁੱਧ ਅਤੇ ਜੰਗ ਕਿਸ ਤਰੀਕੇ ਦਾ ਸਾਨੂੰ ਆਪਣਾ ਸਿਆਸੀ ਤੌਰ 'ਤੇ ਜਾਂ ਸੋਸ਼ਲ ਤੌਰ 'ਤੇ ਕਿਵੇਂ ਸਾਨੂੰ ਲੜਨਾ ਪੈਣਾ ਸਰਕਾਰ ਨਾਲ, ਸਾਰਿਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ। ਅਸੀਂ ਆਪਣੇ ਪੂਰੇ ਤਰੀਕੇ ਨਾਲ ਇਹ ਗੱਲਾਂ ਹੋਣ ਨਾ ਦੇਈਏ। ਔਰ ਮੈਂ ਤਾਂ ਸਮਝਦਾ ਸਾਰੀਆਂ ਸਿਆਸੀ ਪਾਰਟੀਆਂ, ਭਾਵੇਂ ਕਿਸਾਨ ਯੂਨੀਅਨ ਸੇ ਕਹਿੰਦੇ ਸੀ ਕਿ ਸਾਡੇ ਵਿੱਚ ਨਾ ਆਓ, ਸਾਨੂੰ ਇਹ ਸੀ ਕਿ ਉਹਨਾਂ ਦਾ ਅੰਦੋਲਨ ਕਮਜ਼ੋਰ ਨਾ ਹੋਵੇ, ਨਹੀਂ ਗਏ। ਮੈਂ ਕਹਿੰਦਾ ਅੱਜ ਵਕਤ ਆ ਗਿਆ ਕਿ ਸਾਰੇ ਕਹਿਣ ਕੋਈ ਨੋ ਇਲੈਕਸ਼ਨ, ਅਸੀਂ ਇਲੈਕਸ਼ਨਾਂ ਤੋਂ ਬਾਅਦ ਜਾਵਾਂਗੇ, ਪਹਿਲਾਂ ਅਸੀਂ ਆ ਖੜ੍ਹੇ ਹਾਂ ਸਾਰੇ ਸਿਆਸੀ ਪਾਰਟੀਆਂ ਲੀਡਰ, ਅਸੀਂ ਜਾ ਕੇ ਮੂਹਰੇ ਖੜੀਏ। ਸਾਡੇ ਮਾਵਾਂ ਭੈਣਾਂ ਤਾਂ ਨਾ ਉੱਥੇ ਜਾ ਕੇ ਮਰਨ ਆ ਕੇ। ਇਲੈਕਸ਼ਨਾਂ ਕੀ ਨੇਗੀਆਂ? ਇਲੈਕਸ਼ਨਾਂ ਵਿੱਚ ਮੋਦੀ ਕਹਿਣਾ ਚਾਹੁੰਦਾ ਪਿੱਛੇ ਵੀ ਜਿੱਤਿਆ ਸੀ, ਇਹ ਜਿੱਤਿਆ ਸੀ EVM ਨਾਲ। EVM ਦੀਆਂ ਮਸ਼ੀਨਾਂ ਅੱਜ ਫੇਰ ਇਹਨੇ ਕਿ 117 ਅਸੀਂ ਹਲਕੇ 'ਚ ਖੜ੍ਹੇ ਕਰਾਂਗੇ, ਇਹਨਾਂ ਦੀ ਪਾਰਟੀ ਨੇ ਕਿਹਾ। ਉਹ ਭਾਈ ਤੁਸੀਂ 117 ਹਲਕਿਆਂ 'ਚ ਤਾਂ ਵੜ ਨਹੀਂ ਸਕੇ, ਮੂੰਹ ਨਹੀਂ ਕਰ ਸਕੇ, ਤੁਸੀਂ ਕਹਿੰਦੇ ਉੱਥੋਂ ਜਿਤਾ ਕੇ ਸਰਕਾਰ ਬਣਾਵਾਂਗੇ। ਇਹ ਸਾਰਾ ਡਰਾਮੇਬਾਜ਼ੀ ਕਰ ਰਹੇ ਆ। ਅੱਜ ਫਿਰ ਇਹ ਇਸਤੇਮਾਲ ਕਰਨਾ ਚਾਹੁੰਦਾ EVM ਨੂੰ। ਸਾਡੀ ਕਾਂਗਰਸ ਪਾਰਟੀ, ਨੈਸ਼ਨਲ ਪਾਰਟੀ ਅੰਡਰ ਦਾ ਲੀਡਰਸ਼ਿਪ ਆਫ ਸੋਨੀਆ ਜੀ, ਉਦੋਂ ਮਿਲੇ ਸੀ ਜਾ ਕੇ ਰਾਸ਼ਟਰਪਤੀ ਨੂੰ EVM ਦੇ ਖਿਲਾਫ। ਮੈਂ ਖੁਦ ਇਸ ਗੱਲ ਦੀ ਗਵਾਹ ਬੈਠੀ ਹਾਂ ਕਿ ਮੇਰੇ ਹਲਕੇ ਦੇ ਵਿੱਚ EVM ਮਸ਼ੀਨਾਂ ਦੇ ਸਾਡੇ ਮੁੰਡਿਆਂ ਨੇ, ਕਿਉਂਕਿ ਪਹਿਲੀ ਵਾਰ ਉਹ ਟਰਾਇਲ ਕੀਤੀ ਸੀ ਕਿ ਫੋਟੋ ਨਾਲ ਆਉਂਦੀ ਹੈ ਜਿਹਨੂੰ ਵੋਟ ਪਾਉਂਦੇ ਹੋ, ਸਾਡੇ 25-30 ਜਿਹੜੇ ਫੜੇ ਗਏ, ਜਿੱਥੇ ਬੰਦਿਆਂ ਨੇ ਕਿਹਾ ਕਿ ਅਸੀਂ ਵੋਟ ਪਾਉਂਦੇ ਹਾਂ ਅਤੇ ਉਹ ਵੋਟ ਪਾਉਂਦੇ ਤੁਹਾਨੂੰ ਆ ਅਤੇ ਨਿਕਲਦੀ ਅਕਾਲੀ ਦਲ ਦੇ ਪਰਮਿੰਦਰ ਢੀਂਡਸਾ ਨੂੰ। ਅਬਜ਼ਰਵਰ ਬੁਲਾਏ ਗਏ, ਸਾਹਮਣੇ ਦੇਖੇ ਕਿ ਅਬਜ਼ਰਵਰਾਂ ਦੇ ਉੱਤੇ ਮਿੱਟੀ ਘੱਟਾ ਪਾ ਕੇ ਇਹ ਤਾਂ ਜੀ ਮਸ਼ੀਨ ਪੁਰਾਣੀ ਹੋਣੀ, ਕੋਈ ਨਹੀਂ ਬਦਲ ਦਿੰਦੇ ਆ। ਸੋ ਇਸ ਕਰਕੇ EVM ਦਾ ਸਹਾਰੇ BJP ਸੋਚਦੀ ਹੈ ਕਿ ਇਸ ਦੇਸ਼ ਸਰਕਾਰ ਬਣਾਵਾਂਗੇ। ਅੱਜ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ, ਸਾਰੇ ਹਿੰਦੁਸਤਾਨ ਦੀਆਂ ਨੂੰ ਜਿਹੜੀਆਂ ਨਾਨ BJP ਹੈ, ਇੱਕ ਤਾਂ ਇਹ EVM ਦੇ ਖਿਲਾਫ
ਪੂਰਾ ਚੱਕ ਕੇ ਚੋਣ ਕਮਿਸ਼ਨ ਨੂੰ ਪ੍ਰੈਸ਼ਰਾਈਜ਼ ਕਰਕੇ ਮਨਾਉਣਾ ਚਾਹੀਦਾ ਕਿ ਜੇ ਵੱਡੇ ਐਡਵਾਂਸ ਕੰਟਰੀਜ਼ ਮੁੜ ਕੇ ਛੜਤੀਆਂ EVM ਸਾਡੇ ਇੱਥੇ ਨਾ ਕਰਨ, ਤਾਂ ਕਿ ਜਿਹੜਾ ਸੋਚਦੇ ਚੋਰ ਬੋਰੀ ਨਿਕਲ ਕੇ ਸਰਕਾਰ ਬਣਾਵਾਂਗੇ BJP ਵਾਲੇ, ਇਹ ਜ਼ਾਲਮ ਸਰਕਾਰ ਦੁਆਰਾ ਨਾ ਬਣੇ। ਔਰ ਪੰਜਾਬ ਦੇ ਵਿੱਚ ਸਾਰੀਆਂ ਆਲ ਪਾਰਟੀ ਮੀਟਿੰਗ ਹੋਈ ਹੈ, ਬਹੁਤ ਅੱਛਾ ਕੀਤਾ, ਸਾਰੀਆਂ ਪਾਰਟੀਆਂ ਨੇ ਆਪਣਾ ਰੋਲ ਦਿਖਾਇਆ। ਸੈਸ਼ਨ ਵੀ ਹੋਣਾ ਇੱਕ ਦਿਨ ਦਾ, ਇਹਦੇ ਵਿੱਚ ਵੀ ਕੋਈ ਐਸੀ ਤਜਵੀਜ਼ ਕਰਨ, ਠੀਕ ਹੈ ਕਾਗਜ਼ੀ ਤਾਂ ਜੋ ਕਰਨਾ ਹੀ ਹੈ, ਮਤਾ ਪਾਉਣਾ, ਰੈਜ਼ੋਲੂਸ਼ਨ ਭੰਗ ਕਰਨਾ, ਕਾਨੂੰਨੀ ਲੜਾਈ ਤਾਂ ਲੜਨੀ ਪੈਣੀ ਹੈਗੀ ਹੈ। ਸੋ ਮੈਂ ਤਾਂ ਕਹਿੰਦੀ ਹਾਂ ਕਿ ਮੈਨੂੰ ਇਹ ਲੱਗਦਾ ਨਹੀਂ ਕਿ ਇਹ ਜ਼ਾਲਮ ਪਾਰਟੀ ਨੂੰ ਕਿਸੇ ਧੱਕੇ ਨਾਲ ਬੰਦੇ ਵਾੜਤੇ, ਬੰਦੇ ਮਾਰਤੇ, ਬੰਦੇ ਲੈ ਆਵਾਂਗੇ, CBM ਜਿਤਾਇਆ ਆਵਾਂਗੇ, ਇਹਦੇ ਲਈ ਸਾਨੂੰ ਬਹੁਤ ਹੀ ਸਟਰੋਂਗਲੀ ਫੇਅਰਲੀ ਦਿਲ ਤੋਂ ਤਿਆਰ ਹੋਣਾ ਚਾਹੀਦਾ ਕਿ ਅੱਜ ਫੇਰ ਅਸੀਂ ਕਾਲੇ ਅੰਗਰੇਜ਼ਾਂ ਨਾਲ ਉਹੀ ਲੜਾਈ ਲੜ ਰਹੇ ਹਾਂ ਜਿਵੇਂ ਉਹਨਾਂ ਨੂੰ ਕਿਹਾ ਸੀ ਅੰਗਰੇਜ਼ੋ ਭਾਰਤ ਛੱਡੋ। ਅੱਜ ਇਹੀ ਕਾਲੇ ਕਾਨੂੰਨਾਂ ਵਾਲੇ ਮੋਦੀਓ ਤੁਸੀਂ ਭਾਰਤ ਛੱਡੋ। ਅੱਜ ਇਹ ਲੜਾਈ ਲੜਨ ਵਾਸਤੇ ਸਾਨੂੰ ਉਹੀ ਆਜ਼ਾਦੀ ਦੀ ਤਰ੍ਹਾਂ ਸਾਨੂੰ ਮੁਹਿੰਮ ਕਰਕੇ ਅੱਗੇ ਆਉਣਾ ਚਾਹੀਦਾ। ਔਰ ਦੇਖਦੇ ਹਾਂ ਨਿੱਤਰ ਕੇ ਸਾਰੇ ਜਿਹੜੀਆਂ ਪਾਰਟੀਆਂ ਲੀਡਰ ਹੈ ਕੌਣ ਹੈ ਜਿਸ ਤਰੀਕੇ ਨਾਲ ਆਉਂਦੇ ਨੇ, ਅਸੀਂ ਤਾਂ ਪੂਰਾ ਆਫਰ ਕਰਦੇ ਹਾਂ। ਮੈਂ ਖਾਸ ਤੌਰ 'ਤੇ ਆਪਣੇ ਆਪ ਨੂੰ, ਮੇਰੀ ਪਾਰਟੀ ਨੇ ਵੀ ਉੱਪਰ ਤੋਂ ਲੈ ਕੇ ਤੁਹਾਡੇ ਸਾਹਮਣੇ ਪ੍ਰਿਯੰਕਾ ਜੀ ਵੀ ਉੱਥੇ ਗਏ ਨੇ, ਰਾਹੁਲ ਜੀ ਵੀ ਗਏ ਨੇ, ਅਤੇ ਅਸੀਂ ਵੀ ਸਾਰੇ ਸਾਡੀ ਸਟੇਟ ਦੇ ਸਾਡੇ MP ਕਿੰਨੇ ਬੈਠੇ ਆ ਉੱਥੇ ਜਾ ਕੇ ਧਰਨੇ 'ਤੇ। ਅਤੇ ਲੇਕਿਨ ਇਸ ਕਰਕੇ ਕਿ ਕਈ ਵਾਰੀ ਸਾਡੇ ਕਿਸਾਨ ਜਥੇਬੰਦੀਆਂ ਹੀ ਕਹਿ ਦਿੰਦੀਆਂ ਕਿ ਇੰਟਰਫੀਅਰੈਂਸ ਨਾ ਕਰੋ, ਲੇਕਿਨ ਅੱਜ ਅਸੀਂ ਕਿਸਾਨ ਜਥੇਬੰਦੀਆਂ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਇਹ ਲਾਤੋਂ ਕੇ ਭੂਤ ਬਾਤੋਂ ਸੇ ਠੀਕ ਆਉਣ ਵਾਲੇ ਹੈ ਨਹੀਂ BJP ਮੋਦੀ ਵਾਲੇ, ਇਹਨਾਂ ਦੇ ਨਾਲ ਦੋ ਟੁੱਕ ਲੜਨ ਵਾਸਤੇ ਰਲੇ ਨਹੀਂ ਸੀ, ਨਾ ਚੱਕਿਆ ਸੀ ਕਿਸੇ ਨਾਲ ਹੋਰ ਸੀ। ਹੱਕ ਹੈ, ਅਸੀਂ ਸਾਰੇ ਕਿਸਾਨ ਆ, ਉਹ ਸਾਰੇ ਕਿਸਾਨ ਹੈ। ਜੇ ਉਹ ਖੇਤੀ ਦਾ ਉਹਦਾ ਮੁੱਦਾ ਲੈਂਦੇ ਆ, ਤੁਸੀਂ ਕਹਿੰਦੇ ਹੋ ਜੇ ਤਾਂ ਪੋਲੀਟਿਕਸ ਕਰਦੇ ਨੇ, ਅਤੇ ਤੁਸੀਂ ਇਹ ਕੀ ਕਰਦੇ ਹੋ? ਬੰਦੇ ਗੱਡੀਆਂ ਥੱਲੇ ਲੱਤੜ ਰਹੇ ਹੋ, ਔਰਤਾਂ ਨੂੰ ਵੀ ਨਹੀਂ ਬਖਸ਼ਿਆ, ਤੁਸੀਂ ਉਹਨਾਂ ਨੂੰ ਵੀ ਲੱਤੜਤਾ ਥੱਲੇ, ਬੱਚਿਆਂ ਦੀਆਂ ਮਾਵਾਂ ਨੂੰ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਜ਼ਾਲਮਤਾ ਕਰ ਰਹੇ ਹੋ। ਤੁਸੀਂ ਜਿਵੇਂ ਮੁਗਲਾਂ ਦੇ ਵੇਲੇ ਹੋਇਆ ਸੀਗਾ, ਜਾਂ ਤੈਂ ਕੀ ਬਾਬੇ ਨਾਨਕ ਨੇ ਕਿਹਾ ਖੁਰਾਸਾਨ ਖਸਮਾਨਾ ਕੀਆ ਤੈਂ ਕੀ ਦਰਦ ਨਾ ਆਇਆ। ਅੱਜ ਮੋਦੀਆ ਤੈਨੂੰ ਤਰਸ ਨਹੀਂ ਆਇਆ, ਦਰਦ ਨਹੀਂ ਆਇਆ? ਤੂੰ ਪੀ ਕੇ ਹਿੰਦੂ ਗਰੀਬ ਲੋਕਾਂ ਦੀਆਂ ਲਾਸ਼ਾਂ 'ਤੇ ਰਾਜ ਕਰਨਾ ਚਾਹੁੰਦਾ, ਚਾਰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੇ ਵਾਸਤੇ। ਅੱਜ ਆਓ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਇਸ 'ਤੇ ਦਲੀਲਾਂ ਬਣਾਓ, ਸੋਚ ਬਣਾਓ, ਮੈਟਰ ਬਣਾਓ ਕਿ ਆਪਾਂ ਇੱਕ ਪਲਾਨ ਕਰਕੇ ਇੱਕ ਵੱਡਾ ਜੰਗ ਲੜੀਏ। ਇਹ ਬਾਹਰਲੇ ਪਿੱਠੂਆਂ ਦੇ ਚਾਰ ਕਾਰਪੋਰੇਟਾਂ ਦੇ ਹਮਾਇਤੀਆਂ ਨੂੰ, ਕਾਲੇ ਅੰਗਰੇਜ਼ਾਂ ਨੂੰ ਇੱਥੋਂ ਇਹ ਕਾਲੇ ਕਾਨੂੰਨ ਤਾਂ ਵਾਪਸ ਕਰਨੇ, ਇਹਨਾਂ ਨੂੰ ਵੀ ਕੱਢ ਕੇ ਅਸੀਂ ਬਾਹਰ ਕੱਢੀਏ ਮੋਦੀ ਦੀ ਇਹੋ ਜਿਹੀ ਸੋਚ ਰੱਖਣ ਵਾਲੇ ਲੋਕਾਂ ਨੂੰ। ਥੈਂਕ ਯੂ ਸੋ ਮਚ ਮੈਮ, ਥੈਂਕ ਯੂ। ਸੋ ਇਸ ਸਾਡੇ ਨਾਲ ਗੱਲ ਕਰਨ ਦੇ ਲਈ ਪਟਲ ਮੈਮ, ਜਿਨ੍ਹਾਂ ਨੇ ਬੋਲਿਆ ਕਿ ਅਗਰ ਖੇਤੀ ਕਾਨੂੰਨ ਦੀ ਗੱਲ ਕੀਤੀ ਜਾਵੇ ਜਾਂ ਕਾਂਗਰਸ ਦੀ ਗੱਲ ਕੀਤੀ ਜਾਵੇ ਜਾਂ ਤਮਾਮ ਰਾਜਨੀਤਿਕ ਪਾਰਟੀਆਂ ਦੀ ਗੱਲ ਕੀਤੀ ਜਾਵੇ, ਬਦਲਾਵ ਦੀ ਬਹੁਤ ਜ਼ਰੂਰਤ ਹੈ, ਸੋਚ ਜ਼ਰੂਰ ਬਦਲੀ ਹੈ, ਲੇਕਿਨ ਅਗਰ ਖੇਤੀ ਕਾਨੂੰਨਾਂ ਦੀ ਗੱਲ ਕੀਤੀ ਜਾਵੇ ਤਾਂ ਮੈਮ ਨੇ ਜ਼ਰੂਰ ਇਹ ਗੱਲ ਬੋਲੀ ਹੈ ਕਿ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਅੱਗੇ ਵਧਣਾ ਚਾਹੀਦਾ ਹੈ ਔਰ ਇਕੱਠੇ ਹੋ ਕੇ ਲੜਾਈ ਲੜਨੀ ਪਏਗੀ, ਤਦ ਇਹ ਖੇਤੀ ਜਿਹੜੇ ਕਾਲੇ ਕਾਨੂੰਨ ਬਣਾਏ ਹੈ ਕੇਂਦਰ ਨੇ ਉਹ ਵਾਪਸ ਹੋ ਸਕਦੇ ਨੇ। ਕੈਮਰਾਮੈਨ ਸ਼ਰਦ ਦੇ ਨਾਲ ਅਮਨਪ੍ਰੀਤ ਕੌਰ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।